दोहरा 101 अरदास कर 100 बरसां के दोख गुरु गवावे सिख के पावे गुर पद मोख। वाहिगुरु जी का खालसा वाहिगुरु जी की फतेह। परम सन्मान ते सत्कारयोग गुरु सबरूप गुरु खालसा साध संगत जीओ, ਧੰਤਾ ਦੇ ਪਾਤਰ ਹੋ। ਕੱਤਕ ਦੀ ਸੰਕਰਾਂਤ ਦਾ ਦਿਹਾੜਾ ਜਾਣਦਿਆਂ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਮਾਂ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਔਰ ਸਕਾਰਥਾ ਕਰ ਰਹੇ ਹੋ। ਸਾਹਿਬ ਪੰਜਵੇਂ ਪਾਤਸ਼ਾਹ ਦੇ ਅੰਮ੍ਰਿਤ ਬਚਨ ਹਨ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕੱਤਕ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦਿਆਂ ਹੁਕਮ ਕਰਦੇ ਹਨ ਕਿ ਜਿਹੋ ਜੇ ਕਰਮ ਕਮਾਓਗੇ ਭਾਈ ਉਹੋ ਜਿਹਾ ਫਲ ਪ੍ਰਾਪਤ ਹੋਵੇਗਾ। ਕਿਸੇ ਦੂਸਰੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਔਰ ਜਿਹੜੇ ਪਰਮੇਸ਼ਰ ਨੂੰ ਭੁਲਾ ਦਿੰਦੇ ਨੇ ਉਹਨਾਂ ਨੂੰ ਸਾਰੇ ਰੋਗ ਵਿਆਪਦੇ ਨੇ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਸੰਸਾਰ ਦੇ ਜਿਤਨੇ ਭੋਗ ਪਦਾਰਥ ਨੇ ਇੱਕ ਛਿੜ ਮਾਤਰ ਦੇ ਵਿੱਚ ਉਸ ਵੇਲੇ ਕੌੜੇ ਹੋ ਜਾਂਦੇ ਨੇ, ਕਿਸੇ ਕੰਮ ਦੇ ਨਹੀਂ ਰਹਿੰਦੇ ਜਦੋਂ ਸਵਾਸਾਂ ਦੀ ਡੋਰੀ ਟੁੱਟਦੀ ਹੈ। ਇਸੇ ਤਰ੍ਹਾਂ ਇਹ ਕੱਤਕ ਦਾ ਮਹੀਨਾ ਉਹਨਾਂ ਲਈ ਸੁਖਦਾਈ ਹੈ ਜਿਨ੍ਹਾਂ ਨੂੰ ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ। ਨਾਲੇ ਬੇਨਤੀ ਕਰਨੀ ਕਿ ਨਾਨਕ ਕੋ ਪ੍ਰਭ ਰਾਖ ਲਿਓ ਮੇਰੇ ਸਾਹਿਬ ਬੰਦੀ ਮੋਚ। ਕੱਤਕ ਹੋਵੈ ਸਾਧ ਸੰਗ ਬਿਨਸੇ ਸਭੈ ਸੋਚ। ਜਿਨ੍ਹਾਂ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਉਹਨਾਂ ਦੀਆਂ ਸਾਰੀਆਂ ਸੋਚਾਂ ਬਿਨਸ ਜਾਂਦੀਆਂ ਹਨ, ਸਾਰੀਆਂ ਚਿੰਤਾਵਾਂ ਉਹਨਾਂ ਦੀਆਂ ਮੁੱਕ ਜਾਂਦੀਆਂ ਹਨ। ਔਰ ਬੇਨਤੀ ਕਰੀਏ, ਹੇ ਬੰਦੀ ਛੋੜ ਸਤਿਗੁਰੂ ਕਿਰਪਾ ਕਰੋ ਸਾਨੂੰ ਵੀ ਆਪਣੀ ਸ਼ਰਨ ਵਿੱਚ ਰੱਖ ਲਓ। ਗੁਰੂ ਸਾਹਿਬ ਤਰਸ ਕਰਨ, ਦਇਆ ਕਰਨ। ਕੱਤਕ ਦਾ ਇਹ ਮਹੀਨਾ ਸਤਿਗੁਰਾਂ ਦੀ ਸੰਗਤ ਕਰਦਿਆਂ, ਸੇਵਾ ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ ਸੁੱਖਾਂ ਦਾ ਬਤੀਤ ਹੋਵੇ। ਲੜੀਵਾਰ ਕਥਾ ਗੁਰੂ ਕਲਗੀਧਰ ਜੀ ਦੇ ਪਵਿੱਤਰ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ ਹੋ। 101 ਅਰਦਾਸਾਂ ਸਤਿਗੁਰੂ ਕਲਗੀਧਰ ਸੁਆਮੀ ਜੀ ਨੇ ਦੱਸੀਆਂ ਨੇ। 75 ਅਰਦਾਸਾਂ ਪਿਛਲੇ ਪ੍ਰਕਰਣ 'ਚ ਦੱਸੀਆਂ, 26 ਅਰਦਾਸਾਂ ਇਸ ਪ੍ਰਕਰਣ 'ਚ ਦੱਸੀਆਂ ਨੇ, ਯਾਨੀ ਕਿ ਕੁੱਲ ਗਿਣਤੀ 101 ਬਣ ਜਾਂਦੀ ਹੈ। ਅਰਦਾਸਾਂ ਕਿ ਹੇ ਪ੍ਰਭੂ ਕਿਰਪਾ ਕਰੋ ਮੇਰੀ ਕੁੰਡਲਨੀ ਜਾਗ ਪਵੇ। ਹੇ ਪ੍ਰਭੂ ਮੈਂ ਕੰਨਾਂ ਦੀ ਘੂੰ ਘੂੰ ਦੇ ਨਾਦ ਵਿੱਚ ਨਾ ਮਸਤ ਰਹਾਂ, ਮੇਰੇ ਅੰਦਰ ਅਨਹਦ ਨਾਦਾਂ ਦੀ ਚੁਣਕਾਰ ਜਗਾਓ। ਫਿਰ ਮਹਾਰਾਜ ਕਿਰਪਾ ਕਰੋ ਮੈਨੂੰ ਆਪਣੇ ਅੰਦਰ ਦਾ ਗੋਹਜ ਗਿਆਨ ਤੇ ਧਿਆਨ ਬਖਸ਼ੋ। ਦਇਆ ਕਰੋ ਮਹਾਰਾਜ ਸਾਡੀ ਕਾਲਣਾ ਪੂਰਨ ਪਾਓ, ਮਾਇਆ ਦਾ ਪ੍ਰਭਾਵ ਸਾਡੇ ਤੇ ਨਾ ਪਵੇ, ਆਪਣੇ ਗਿਆਨ ਦਾ ਪ੍ਰਕਾਸ਼ ਸਾਡੇ ਤੇ ਰੱਖੋ। ਫਿਰ ਇਹ ਵੀ ਅਰਦਾਸ ਕਰੇ ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਕਿਰਪਾ ਕਰੋ ਸਾਡੀ ਕਾਲਣਾ ਪੂਰੀ ਪੈ ਜਾਏ।
ਫਿਰ ਇਹ ਵੀ ਅਰਦਾਸ ਕਰੀਏ, ਮਹਾਰਾਜ ਸਵਾਸ ਸਵਾਸ ਤੁਹਾਡੇ ਨਾਮ ਨੂੰ ਜਪੀਏ, ਸਵਾਸ ਸਾਡੀ ਮਾਲਾ ਬਣ ਜਾਣ ਔਰ ਉਹਨਾਂ ਮਾਲਾ ਦੇ ਨਾਲ, ਸਵਾਸਾਂ ਦੀ ਮਾਲਾ ਨਾਲ ਆਪ ਜੀ ਦੇ ਅੰਮ੍ਰਿਤ ਭਜਨ ਦਾ ਜਾਪ ਕਰੀਏ। ਮਹਾਰਾਜ ਆਪਣੀ ਸੇਵਾ ਵਿੱਚ ਲਾਓ ਤਾਂ ਜੋ ਸਾਨੂੰ ਨਰਕਾਂ ਤੋਂ ਬੰਦ ਖਲਾਸੀ ਪ੍ਰਾਪਤ ਹੋ ਸਕੇ। ਸਭ ਦੁਨੀਆ ਦੇ ਲੋਕ ਈਰਖਾ ਦਵੈਸ਼ ਦੀ ਅੱਗ 'ਚ ਸੜ ਰਹੇ ਨੇ, ਕਿਰਪਾ ਕਰੋ ਮੈਨੂੰ ਦਵੈਸ਼ ਤੋਂ ਬਚਾਓ ਔਰ ਮੇਰੇ ਹਿਰਦੇ ਨੂੰ ਸ਼ਾਂਤੀ ਪ੍ਰਦਾਨ ਕਰੋ। ਮਹਾਰਾਜ ਲੋਕਾਂ ਨੂੰ ਆਪਣੇ ਆਚਰਣ ਤੇ ਕਰਮਾਂ ਤੇ ਭਰੋਸਾ ਹੁੰਦਾ ਹੈ, ਮਹਾਰਾਜ ਮੈਨੂੰ ਤੁਹਾਡੇ ਚਰਨਾਂ ਤੇ ਭਰੋਸਾ, ਮੇਰੀ ਕੋਈ ਕਰਨੀ ਕਰਤੂਤ ਨਹੀਂ। ਇਦਾਂ ਇਹ ਅਰਦਾਸਾਂ ਦਾ ਜ਼ਿਕਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ। 101 ਅਰਦਾਸਾਂ ਦਾ ਵਰਣਨ ਹੋਇਆ ਹੈ। ਅਰਦਾਸਾਂ ਬੇਨਤੀ ਨੇ ਗੁਰੂ ਖਾਲਸਾ ਜੀ 101 ਕਰਕੇ ਸਮਾਪਤ ਨਹੀਂ ਹੋ ਜਾਂਦੀਆਂ। ਇਹ ਤਾਂ ਮਹਾਰਾਜ ਜੀ ਨੇ ਉਹ ਪ੍ਰਮੁੱਖ ਅਰਦਾਸਾਂ ਦੱਸੀਆਂ ਨੇ ਜਿਹੜੀਆਂ ਆਮ ਸਾਡੇ ਜੀਵਨ ਦੇ ਵਿੱਚ ਜਦੋਂ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਨੂੰ ਕਿਵੇਂ ਅਰਦਾਸ ਕਰਨੀ ਚਾਹੀਦੀ ਹੈ। ਸ਼ਬਦ ਵੀ ਮੇਰੇ ਸਤਿਗੁਰਾਂ ਨੇ ਆਪ ਦੱਸੇ ਨੇ। ਐਸੇ ਦਿਆਲੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਖਾਲਸੇ ਨੂੰ, ਆਪਣੇ ਪੰਥ ਨੂੰ ਸક્ષਮ ਬਣਾ ਰਹੇ ਨੇ। ਸਰਵ ਪ੍ਰਕਾਰ ਦਾ ਗਿਆਨ ਮਹਾਰਾਜ ਜੀ ਆਪਣੇ ਪੰਥ ਨੂੰ ਪ੍ਰਦਾਨ ਕਰ ਰਹੇ ਨੇ। ਆਓ ਗੁਰੂ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ, ਕਲਗੀਧਰ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਹਿਰਦਿਆਂ 'ਚ ਵਸਾਈਏ ਔਰ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਬਚਨ ਸਰਵਣ ਕਰੀਏ, ਗੁਰੂ ਪਾਤਸ਼ਾਹ ਦਾ ਇਤਿਹਾਸ ਸਰਵਣ ਕਰੀਏ। ਇਕਾਗਰਤਾ ਬਣਾਓ। ਸਮੂਹ ਮਾਈ ਭਾਈ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ 101 ਅਰਦਾਸ ਕਰ, 100 ਬਰਸਾਂ ਕੇ ਦੁੱਖ। ਮਹਾਰਾਜ ਜੀ ਫਰਮਾਉਂਦੇ ਹਨ ਕਿ ਭਾਈ ਇਹ 101 ਅਰਦਾਸਾਂ ਨੇ ਜਿਹਦੇ ਨਾਲ ਸੈਂਕੜੇ ਜਨਮਾਂ ਦੇ ਦੋਸ਼ ਕੱਟੇ ਜਾਂਦੇ ਨੇ। ਜਦੋਂ ਇਹ ਅਰਦਾਸਾਂ ਅਸੀਂ ਆਪਣੇ ਸਾਹਿਬ ਦੇ ਮਾਲਕ ਦੇ ਸੁਆਮੀ ਦੇ ਚਰਨਾਂ 'ਚ ਕਰਦੇ ਹਾਂ ਤਾਂ 100 ਬਰਸਾਂ ਦਾ ਮਤਲਬ ਹੁੰਦਾ ਸੈਂਕੜੇ ਬਰਸਾਂ ਦੇ ਜਿਹੜੇ ਸਾਡੇ ਕੀਤੇ ਹੋਏ ਜਨਮ ਜਨਮਾਂਤਰਾਂ ਦੇ ਦੋਸ਼ ਨੇ ਉਹ ਕੱਟੇ ਜਾਂਦੇ ਹਨ, ਨਿਰਵਿਰਤ ਹੋ ਜਾਂਦੇ ਹਨ। ਗੁਰੂ ਗਵਾਵੇ ਸਿੱਖ ਕੇ, ਪਾਵੇ ਗੁਰ ਪਦ ਮੋਖ। ਜਦੋਂ ਸਿੱਖ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਤਾਂ ਸਤਿਗੁਰੂ ਜੀ ਆਪਣੇ ਸਿੱਖ ਦੇ ਸਾਰੇ ਦੋਸ਼ ਗਵਾ ਦਿੰਦੇ ਹਨ ਔਰ ਉਸ ਗੁਰ ਸਿੱਖ ਨੂੰ ਮੋਖ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਮੋਖ ਪਦਵੀ, ਮੋਖ ਪਦਵੀ ਦਾ ਮਤਲਬ ਹੁੰਦਾ ਮੋਕਸ਼, ਜੀਵਨ ਮੁਕਤ ਅਵਸਥਾ, ਜਿੱਥੇ ਜਾ ਕੇ ਦੁੱਖ ਤੇ ਸੁੱਖ, ਹਰਖ ਸੋਗ, ਮਾਣ ਅਪਮਾਨ, ਮੇਰਾ ਤੇਰਾ, ਇਹ ਜਿਹੜਾ ਦਵੰਦ ਹੈ ਇਹ ਖਤਮ ਹੋ ਜਾਂਦਾ। ਉਹਨੂੰ ਮੋਕਸ਼ ਦੀ ਅਵਸਥਾ ਕਹਿੰਦੇ ਨੇ। ਮੋਕਸ਼ ਦੀ ਉਸ ਪਰਮ ਪਦਵੀ ਦਾ ਜ਼ਿਕਰ ਮੇਰੇ ਸਾਹਿਬ ਨੌਵੇਂ ਗੁਰਦੇਵ ਕਰਦੇ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਰਿਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਮੋਖ ਪਦਵੀ ਹੈ। ਸਤਿਗੁਰੂ ਜੀ ਆਪਣੇ ਸਿੱਖ ਦੀ ਅਰਦਾਸ ਸੁਣ ਕੇ ਉਹਦੇ ਸਾਰਿਆਂ ਦੋਸ਼ਾਂ ਨੂੰ ਕੱਟ ਕੇ ਉਹਨੂੰ ਮੋਕਸ਼ ਦੀ ਇਹ ਪਦਵੀ ਬਖਸ਼ਿਸ਼ ਕਰਦੇ ਹਨ। ਸੋ ਅਰਦਾਸੀਆ ਜੋਗ ਹੈ ਤਾਂ ਕੈ ਪੂਜੈ ਪਾਏ। ਇਹੋ ਜਿਹਾ ਜਿਹੜਾ ਅਰਦਾਸੀਆ ਹੈ ਭਾਈ, ਜਿਹੜਾ ਇਸ ਤਰ੍ਹਾਂ ਗੁਰੂ ਚਰਨਾਂ 'ਚ ਅਰਦਾਸਾਂ ਕਰਦਾ ਹੈ, ਉਹ ਯੋਗ ਹੈ। ਉਹਦੀ ਪੂਜਾ ਹੁੰਦੀ ਹੈ ਸੰਸਾਰ ਵਿੱਚ। ਸਤਿਗੁਰੂ ਉਹਨੂੰ ਮਾਣ ਬਖਸ਼ਦੇ ਨੇ, ਉਹਨੂੰ ਪਾਤਸ਼ਾਹ ਜੀ ਵਡਿਆਈ ਪ੍ਰਦਾਨ ਕਰਦੇ ਹਨ। ਸਿੱਖ ਸੁਖੀ ਸੋਏਗਾ ਸੋ ਅਰਦਾਸ ਕਰਾਏ। ਉਹ ਸਿੱਖ ਸੁਖੀ ਹੋਵੇਗਾ ਜਿਹੜਾ ਅਰਦਾਸੀਆਂ ਪਾਸੋਂ ਵੀ ਆਪਣੇ ਅਰਦਾਸ ਗੁਰੂ ਚਰਨਾਂ 'ਚ ਕਰਾਏਗਾ। ਇਹ ਵੀ ਮਰਿਆਦਾ ਗੁਰੂ ਘਰ ਵਿੱਚ। ਅਰਦਾਸੀਏ ਸਿੰਘ ਕੋਲੋਂ ਅਰਦਾਸ ਕਰਾਉਣੀ, ਆਪ ਵੀ ਕਰ ਲੋ ਭਾਈ, ਪਰ ਅਰਦਾਸੀ ਸਿੰਘਾਂ ਦੇ ਕੋਲੋਂ, ਗ੍ਰੰਥੀ ਸਿੰਘਾਂ ਪਾਸੋਂ ਵੀ ਅਰਦਾਸ ਕਰਾਈ ਦੀ ਹੈ ਨਾ, ਕਰਾਉਂਦੇ ਹਨ ਗੁਰਸਿੱਖ। ਅਰਦਾਸੀਏ ਅਰਦਾਸ ਕਰਦੇ ਮਹਾਰਾਜ ਜੀ ਦੇ ਚਰਨਾਂ 'ਚ। ਕਹਿੰਦੇ ਭਾਈ ਜਿਹੜੇ ਅਰਦਾਸੀਆਂ ਕੋਲੋਂ ਅਰਦਾਸ ਕਰਾਉਂਦੇ ਨੇ
ਉਹ ਵੀ ਸਿੱਖ ਇਸ ਸੰਸਾਰ ਦੇ ਵਿੱਚ ਸੁਖੀ ਹੁੰਦੇ ਹਨ। ਸਤਿਗੁਰ ਹਿਤ ਦਸਵੰਧ ਦੇ ਸਿੱਖੀ ਜੁਗਤ ਰਹਾਏ। ਸਤਿਗੁਰਾਂ ਦੇ ਨਿਮਿਤ ਆਪਣੀ ਕਿਰਤ ਕਮਾਈ ਚੋਂ ਦਸਵੰਧ ਦਾ ਜਿਹੜਾ 10ਵਾਂ ਹਿੱਸਾ ਹੈ ਮਾਇਆ ਦਾ, ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰੇ ਸਿੱਖ। ਦਸਵੰਧ ਦੀ ਮਰਿਆਦਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਚਲਾਈ। ਆਪਣੀ ਕਮਾਈ ਚੋਂ 10ਵਾਂ ਹਿੱਸਾ, 10ਵੇਂ ਹਿੱਸੇ ਦਾ ਮਤਲਬ ਹੈ 100 ਵਿੱਚੋਂ 10 ਰੁਪਏ ਸਤਿਗੁਰਾਂ ਦੇ ਨੇ, 90 ਸਾਡੇ ਨੇ ਜਿਹੜੇ ਅਸੀਂ ਆਪਣੇ ਪਰਿਵਾਰ ਲਈ ਖਰਚਣੇ ਆ। 10ਵਾਂ ਹਿੱਸਾ ਗੁਰੂ ਚਰਨਾਂ 'ਚ। ਜਦੋਂ ਦਸਵੰਧ ਮਹਾਰਾਜ ਜੀ ਦੇ ਚਰਨਾਂ 'ਚ ਭੇਟ ਕਰਦੇ ਆ ਤੇ ਫਿਰ ਉਹ 9 ਹਿੱਸੇ ਆਪ ਵਰਤੀਦੇ ਨੇ। ਉਹਨਾਂ 9 ਹਿੱਸਿਆਂ ਵਿੱਚ ਸਤਿਗੁਰੂ ਬਰਕਤ ਪਾਉਂਦੇ ਆ, ਫਿਰ ਬਰਕਤਾਂ ਪੈਂਦੀਆਂ। ਇੱਕ ਗਰੀਬ ਸਿੱਖ ਦਾ ਜ਼ਿਕਰ ਆਉਂਦਾ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਵੇਲੇ। ਸਿੱਖ ਦੇ ਘਰ 'ਚ ਅਤ ਗਰੀਬੀ ਸੀ, ਕੱਚੀ ਛੰਨ 'ਚ ਰਹਿੰਦਾ। ਉਹਦੇ ਘਰ ਵਿੱਚ ਇੱਕ ਪੰਛੀਆਂ ਦਾ ਜੋੜਾ, ਜਿਨ੍ਹਾਂ ਦੀ ਕੋਈ ਪਿਛਲੀ ਕਰਮ ਗਤੀ ਚੰਗੀ ਸੀ, ਪਰ ਕਿਸੇ ਕਾਰਨ ਵਸ ਉਹਨਾਂ ਨੂੰ ਪੰਛੀਆਂ ਦੀ ਜੂਨ ਮਿਲੀ ਹੋਈ। ਸਿੱਖ ਨੇ ਘਰ ਦੇ ਵਿੱਚ ਥੋੜੇ ਬਹੁਤੇ ਦਾਣੇ ਜਿਹੜੇ ਹੋਣੇ ਸੁੱਕਣੇ ਪਾਉਣੇ, ਤੇ ਉਹਨਾਂ ਨੇ ਚੁੰਝਕ ਭਰ ਕੇ ਗੁਰੂ ਕੇ ਲੰਗਰਾਂ ਵਿੱਚ ਜਾ ਕੇ ਪਾ ਦੇਣੀ। ਕਿੰਨੇ ਕੁ ਦਾਣੇ ਆਉਂਦੇ ਨੇ ਪੰਛੀ ਦੀ ਚੁੰਝ 'ਚ? ਜਿੱਥੇ ਗੁਰੂ ਕੇ ਲੰਗਰ ਹੁੰਦੇ ਉੱਥੇ ਕਣਕ ਪਾਈ ਹੋਣੀ ਸੁੱਕਣੀ, ਉੱਥੇ ਉਹਨਾਂ ਨੇ ਜਾ ਕੇ ਪਾ ਦੇਣੇ 5 7 10 ਦਾਣੇ ਜਿੰਨੇ ਆਉਣੇ। ਦਿਨਾਂ ਵਿੱਚ ਉਹ ਸਿੱਖ ਦੇ ਵਾਰੇ ਨਿਆਰੇ ਹੋਣ ਲੱਗ ਪਏ, ਬਰਕਤਾਂ ਪੈ ਗਈਆਂ। ਮਹਾਰਾਜ ਜੀ ਨੇ ਇੰਨੀ ਕਿਰਪਾ ਕੀਤੀ, ਕੱਚੀ ਛੰਨ ਢਾਹ ਕੇ ਪੱਕਾ ਮਕਾਨ ਬਣਾ ਲਿਆ। ਜਦੋਂ ਛੰਨ ਢਾਈ ਤੇ ਪੰਛੀ ਉੱਥੋਂ ਜਾਣੇ ਸਨ ਪੱਕੇ ਮਕਾਨ ਚੋਂ। ਗੁਰੂ ਕੇ ਲੰਗਰਾਂ ਦੇ ਵਿੱਚ ਰਸਤ ਬਸਤ ਜਾਣੀ ਬੰਦ ਹੋ ਗਈ। ਮੁੜ ਫਿਰ ਗਰੀਬੀ ਦੀ ਦਸ਼ਾ ਬਣ ਗਈ। ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ। ਫਿਰ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਨੇ ਦੱਸਿਆ, ਸਿੱਖਾ ਆਹ ਖੇਡ ਸੀ। ਸੋ ਕਹਿਣ ਤੋਂ ਭਾਵ, ਜਦੋਂ ਦਸਵੰਧ ਗੁਰੂ ਸਾਹਿਬ ਦੇ ਚਰਨਾਂ 'ਚ ਅਰਪਣ ਕਰਦੇ ਹਾਂ ਆਪਣੀ ਕਿਰਤ ਕਮਾਈ ਵਿੱਚੋਂ 10ਵਾਂ ਹਿੱਸਾ, ਤਾਂ ਫਿਰ ਸਤਿਗੁਰੂ ਦਇਆਨੰਦ ਸੁਆਮੀ ਜੀ ਸਾਡਾ ਜਿਹੜਾ 9 ਹਿੱਸੇ ਅਸੀਂ ਵਰਤਦੇ ਆ ਉਹਦੇ ਵਿੱਚ ਬਰਕਤ ਪਾ ਦਿੰਦੇ ਆ। ਕਈ ਕਹਿੰਦੇ ਜੀ ਸਾਡੀ ਤਾਂ ਆਮਦਨ ਬਹੁਤ ਜ਼ਿਆਦਾ ਹੈ, ਉਹਦੇ 'ਚ ਤਾਂ 10ਵਾਂ ਹਿੱਸਾ ਫਿਰ ਬਹੁਤ ਜ਼ਿਆਦਾ ਬਣ ਜਾਂਦਾ ਹੈ। ਤੇ ਜੇ ਆਮਦਨ ਜ਼ਿਆਦਾ ਤੇ 10ਵਾਂ ਹਿੱਸਾ ਵੀ ਵੱਧ ਬਣਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਦੇ 10ਵੇਂ ਹਿੱਸੇ ਦੇ ਉੱਤੇ ਫਿਰ ਨਿਗਾਹ ਮਾੜੀ ਨਾ ਰੱਖੋ ਭਾਈ। ਇਸ ਕਰਕੇ ਦਸਵੰਧ ਦੀ ਮਰਿਆਦਾ ਗੁਰੂ ਘਰ ਵਿੱਚ ਮਹਾਰਾਜ ਸਾਹਿਬ ਨੇ ਚਲਾਈ ਹੈ। ਰਹਿਤਨਾਮਿਆਂ ਵਿੱਚ ਇਹ ਬਚਨ ਨੇ। ਗੁਰਦੇਵ ਨੇ ਜਿਹੜੇ 52 ਬਚਨ ਕੀਤੇ ਸਨ, ਕਲਗੀਧਰ ਜੀ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੋਤੀ ਜੋਤ ਸਮਾਵਣ ਤੋਂ ਪਹਿਲਾਂ ਸਿੱਖਾਂ ਪ੍ਰਤੀ, ਉਹਨਾਂ 52 ਬਚਨਾਂ 'ਚ ਇੱਕ ਬਚਨ ਇਹ ਵੀ ਮਹਾਰਾਜ ਜੀ ਨੇ ਕਿਹਾ ਸੀ ਕਿ ਗੁਰ ਸਿੱਖ ਦਸਵੰਧ ਦੀ ਮਾਇਆ ਗੁਰੂ ਚਰਨਾਂ 'ਚ ਭੇਟ ਕਰੇ, ਦਸਵੰਧ ਕੱਢੇ। ਤੋ ਇੱਥੇ ਵੀ ਕਲਗੀਧਰ ਸੁਆਮੀ ਕਹਿ ਰਹੇ ਨੇ, ਸਤਿਗੁਰ ਹਿਤ ਦਸਵੰਧ ਦੇ ਸਿੱਖੀ ਜਗਤ ਰਹਾਏ। ਜਿਹੜਾ ਸਿੱਖ ਇਸ ਜਗਤ ਵਿੱਚ ਰਹਿੰਦਾ ਹੈ ਉਹ ਭਾਈ ਗੁਰੂ ਨਿਮਿਤ 10ਵਾਂ ਹਿੱਸਾ ਆਪਣੀ ਆਮਦਨ ਦਾ ਉਹ ਮਹਾਰਾਜ ਜੀ ਦੇ ਚਰਨਾਂ 'ਚ ਭੇਟ ਕਰੇ ਤੇ ਸਿੱਖੀ 'ਚ ਸਾਬਤ ਰਹੇਗਾ। ਇਸ਼ਨਾਨ ਦਾਨ ਸਤਨਾਮ ਮੈਂ ਵਰਤੇ ਬੈਸ ਬਿਤਾਏ। ਗੁਰ ਸਿੱਖ ਇਹਨਾਂ 3 ਚੀਜ਼ਾਂ ਵਿੱਚ ਪਰਪੱਕ ਰਹੇ। ਕਿਹੜੀਆਂ ਨੇ 3 ਚੀਜ਼ਾਂ? ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਦੂਜਾ ਦਾਨ ਕਰਨਾ, ਤੀਜਾ ਨਾਮ ਜਪਣਾ। ਇਹ 3 ਚੀਜ਼ਾਂ ਨੇ, ਨਾਮ, ਦਾਨ, ਇਸ਼ਨਾਨ। ਜਦੋਂ ਇਹ ਤਿੰਨਾਂ 'ਚ ਪੱਕੇ ਹੋਵਾਂਗੇ ਸਾਰਾ ਕੁਝ ਹੀ ਮਿਲ ਜਾਏਗਾ। ਗੁਰੂ ਚਰਨਾਂ ਵਿੱਚੋਂ ਵੀ ਇਹ 3 ਚੀਜ਼ਾਂ ਮੰਗਣੀਆਂ, ਨਾਮ, ਦਾਨ ਤੇ ਇਸ਼ਨਾਨ। ਮਹਾਰਾਜ ਇਹ 3 ਬਖਸ਼ੋ। ਨਾਮ ਜਪਾਂਗੇ ਲੋਕ ਪਰਲੋਕ ਸੁਖੀ ਹੈ। ਫਿਰ ਦਾਨ ਕਰਨ, ਦਾਨ ਉਹੀ ਕਰ ਸਕਦਾ ਨਾ ਜਿਹਦੇ ਆਪਣੇ ਕੋਲ ਕੁਝ ਹੋਵੇਗਾ। ਜਦੋਂ ਦਾਨ ਮੰਗਣਾ ਤੇ ਦਾਨ ਉਹੀ ਕਰੇਗਾ ਜਿਹਦੇ ਆਪਣੇ ਪੱਲੇ ਹੋਵੇਗਾ। ਉਹਨੂੰ ਸਤਿਗੁਰੂ ਸਾਰੀਆਂ ਨਿਆਮਤਾਂ ਬਖਸ਼ਣਗੇ। ਇਸ਼ਨਾਨ ਉਹੀ ਕਰੇਗਾ ਨਾ ਜਿਹੜਾ ਤੰਦਰੁਸਤ ਹੋਵੇਗਾ, ਅਰੋਗ ਹੋਵੇਗਾ।
ਤੇ ਜਦੋਂ ਇਸ਼ਨਾਨ ਮੰਗ ਲਿਆ ਤੇ ਸਰੀਰ ਦੀ ਤੰਦਰੁਸਤੀ ਆ ਗਈ, ਫਿਰ ਪਿੱਛੇ ਤਾਂ ਨਹੀਂ ਕੁਝ ਰਹਿ ਗਿਆ ਜਿਹੜਾ ਨਹੀਂ ਮੰਗਿਆ, ਸਾਰਾ ਕੁਝ ਹੀ ਆ ਗਿਆ ਨਾ। ਇਸ ਕਰਕੇ ਪਾਤਸ਼ਾਹ ਕਹਿੰਦੇ ਗੁਰਸਿੱਖ ਨਾਮ ਦਾਨ ਤੇ ਇਸ਼ਨਾਨ ਦੇ ਵਿੱਚ ਵਰਤੇ, ਇਹਦੇ ਵਿੱਚ ਹੀ ਆਪਣੀ ਉਮਰ ਬਤੀਤ ਕਰੇ। ਪਰ ਨਾਰੀ ਤਨ ਛੋੜ ਕੇ ਨਿਸ਼ਚਾ ਗੁਰ ਪਦ ਸ਼ਰਨ। ਪਰ ਇਸਤਰੀ ਜਾਂ ਪਰ ਪੁਰਖ ਦਾ ਭਾਵ ਆਪਣੇ ਹਿਰਦੇ ਚੋਂ ਤਿਆਗੇ ਸਿੱਖ ਸਿੱਖਣੀ। ਪਰ ਨਾਰੀ ਤੇ ਪਰਾਇਆ ਧਨ ਛੱਡ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਣਾ ਨਿਸ਼ਚਾ ਰੱਖੇ। ਪਰ ਨਾਰੀ ਵੀ ਔਰ ਪਰ ਧਨ ਵੀ, ਔਰ ਇਸਤਰੀ ਵਾਸਤੇ ਪਰ ਪੁਰਖ ਤੇ ਪਰ ਧਨ ਦੋਨਾਂ ਲਈ ਹੈ। ਇਹ ਕੁਰੈਤ ਦੋਨਾਂ ਵਾਸਤੇ ਹੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਇਹਦਾ ਤਿਆਗ ਕਰਕੇ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਤੇ ਨਿਸ਼ਚਾ ਰੱਖੇ ਔਰ ਮਹਾਰਾਜ ਜੀ ਦੀ ਸ਼ਰਨ ਵਿੱਚ ਪਵੇ। ਬਾਣੀ ਸਤਿਗੁਰ ਕੀ ਪੜੇ ਕਾਟੈ ਜਨਮਾ ਮਰਨ। ਜਿਹੜੇ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਪੜ੍ਹਦੇ ਨੇ, ਜਿਹੜਾ ਕੋਈ ਮਾਈ ਭਾਈ ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਪੜ੍ਹਦਾ ਹੈ, ਪਾਤਸ਼ਾਹ ਕਹਿੰਦੇ ਉਹਦੇ ਜਨਮ ਤੇ ਮਰਨ ਦੀ ਬੰਦ ਖਲਾਸੀ ਹੋ ਜਾਂਦੀ, ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ। ਕਾਟੈ ਜਨਮਾ ਮਰਨ, ਗੁਰਬਾਣੀ ਸਾਡਾ ਜਨਮ ਮਰਨ ਕੱਟਦੀ ਹੈ। ਇਸ ਕਰਕੇ ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਹਨ। ਚੌਪਈ ਭੱਦਨ ਨਾਮ ਸਿੱਖ ਨੇ ਕਰੈ। ਕਦੇ ਵੀ ਕੋਈ ਸਿੱਖ ਭੱਦਣ ਨਾ ਕਰੇ। ਭੱਦਣ ਦਾ ਮਤਲਬ ਹੁੰਦਾ ਵੀ ਕੇਸ ਕਤਲ ਨਾ ਕਰਾਵੇ। ਆਮ ਕਰਕੇ ਪੁਰਾਣੇ ਸਮਿਆਂ ਵਿੱਚ ਹੁਣ ਵੀ ਕੁਝ ਲੋਕਾਂ ਦੇ ਵਿੱਚ ਇਹ ਰਵਾਇਤ ਹੈ, ਕੁਝ ਧਰਮ ਦੇ ਲੋਕਾਂ 'ਚ, ਵੀ ਜਦੋਂ ਉਹਨਾਂ ਦਾ ਕੋਈ ਪਿਓ ਮਰਦਾ ਜਾਂ ਕੋਈ ਵੱਡਾ ਮਰਦਾ ਤੇ ਉਹ ਭੱਦਣ ਕਰਾਉਂਦੇ ਆ, ਸਿਰ ਦਾ ਮੁੰਡਨ ਕਹਿ ਦਿੰਦੇ ਆ, ਭੱਦਣ ਕਰਾ ਦੇ। ਜਾਂ ਜਦੋਂ ਕੋਈ ਕਿਸੇ ਦਾ ਚੇਲਾ ਬਣਦਾ ਤੇ ਜਿਹੜਾ ਉਹਦਾ ਗੁਰੂ ਹੁੰਦਾ ਉਹਦਾ ਸਿਰ ਮੁੰਨਦਾ, ਉਹ ਵੀ ਭੱਦਣ। ਸਿੱਖ ਕਦੇ ਭੱਦਣ ਨਾਮ ਦਾ ਸ਼ਬਦ ਵੀ ਨਾ ਵਰਤੇ ਆਪਣੀ ਰਸਨਾ ਤੋਂ ਆਪਣੇ ਲਈ। ਕਰਾਉਣਾ ਤਾਂ ਇੱਕ ਪਾਸੇ ਰਿਹਾ, ਕੇਸ ਨਹੀਂ ਕਤਲ ਕਰਾਉਣੇ। ਇਹ ਕੇਸ ਗੁਰੂ ਕੀ ਮੋਹਰ ਹੈ, ਗੁਰੂ ਖਾਲਸਾ ਜੀ। ਇਹ ਮਹਾਰਾਜ ਜੀ ਦੀ ਨਿਆਮਤ ਹੈ, ਬਖਸ਼ਿਸ਼ ਹੈ, ਸਤਿਗੁਰਾਂ ਦੀ ਸਾਨੂੰ ਬਖਸ਼ੀ ਹੋਈ। ਜਿਹੜੇ ਕੇਸ ਕਤਲ ਕਰਾਉਂਦੇ ਆ ਉਹਨਾਂ ਨੂੰ ਗੁਰਮੰਤਰ ਨਹੀਂ ਫਲਦਾ। ਪਾਤਸ਼ਾਹ ਦੇ ਬਚਨ ਨੇ ਦਸਮ ਗ੍ਰੰਥ 'ਚ, ਮਹਾਰਾਜ ਜੀ ਕਹਿੰਦੇ ਕੇਸਾ ਹੀਣ ਨਾ ਮੰਤਰ ਫੁਰੈ। ਜਿਹੜੇ ਕੇਸਾ ਹੀਣੇ ਨੇ ਉਹਨਾਂ ਨੂੰ ਗੁਰਮੰਤਰ ਨਹੀਂ ਫੁਰਦਾ। ਇਸ ਕਰਕੇ ਭਾਈ ਕਦੇ ਭੱਦਣ ਨਾ ਕਰੇ। ਮੂਵੇ ਬੰਧੂ ਨੇ ਰੋਦਨ ਧਰੇ। ਬੰਧੂ ਰਿਸ਼ਤੇਦਾਰ ਸਰਬੰਧੀ ਗੁਜ਼ਰ ਜਾਏ, ਚਲਾਣਾ ਕਰ ਜਾਏ ਤੇ ਰੋਵੇ ਨਾ। ਅੰਤੇ ਸਤਿਗੁਰੂ ਬੋਲਿਆ, ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਇਹ ਹੁਕਮ ਹੈ ਸਤਿਗੁਰਾਂ ਦਾ। ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਰੋਵੇ ਨਾ ਮਨ ਮੁਖਾਂ ਵਾਂਗੂ, ਭਾਣਾ ਮੰਨੇ ਸਾਹਿਬ ਦਾ ਹੁਕਮ ਮੰਨੇ। ਹੁਕਮ ਮੰਨੇ ਸਾਹਿਬ ਦਾ। ਇਸ ਕਰਕੇ ਰੁਦਨ ਨਾ ਕਰੇ, ਇਹ ਯੋਗ ਨਹੀਂ ਹੈ। ਹਾਂਜੀ, ਬੁਰੇ ਕਰਮ ਤੇ ਆਪ ਬਚਾਏ। ਜਿਹੜੇ ਬੁਰੇ ਤੇ ਭੈੜੇ ਕਰਮ ਨੇ ਉਹਨਾਂ ਤੋਂ ਆਪਣਾ ਆਪ ਬਚਾਵੇ। ਭੈੜੇ ਤੇ ਮਾੜੇ ਕਰਮਾਂ ਵਿੱਚੋਂ ਆਪਣੇ ਆਪ ਨੂੰ ਬਚਾਵੇ। ਸਭ ਕੁਟੰਬ ਸ਼ੁਭ ਮਾਰਗ ਪਾਏ। ਸਿੱਖ ਦਾ ਯਤਨ ਹੋਵੇ ਕਿ ਜਿੱਥੇ ਆਪ ਸਹੀ ਰਸਤੇ ਚੱਲੇ ਉੱਥੇ ਆਪਣੇ ਟੱਬਰ ਨੂੰ, ਪਰਿਵਾਰ ਨੂੰ ਵੀ ਸਹੀ ਮਾਰਗ ਤੇ ਪਾਵੇ, ਯਤਨ ਕਰੇ। ਇਹ ਸਿੱਖ ਦਾ ਪ੍ਰਯਤਨ ਹੋਣਾ ਚਾਹੀਦਾ ਹੈ। ਆਪ ਚੱਲੇ ਸਹੀ ਰਾਹ ਤੇ ਔਰ ਆਪਣੇ ਕੁਟੰਬ ਨੂੰ, ਆਪਣੇ ਪਰਿਵਾਰ ਨੂੰ ਵੀ ਸਹੀ ਮਾਰਗ ਪਾਵੇ ਜਿਹੜਾ ਗੁਰੂ ਸਾਹਿਬ ਨੇ ਦੱਸਿਆ, ਉਸ ਰਾਹ ਤੇ ਟੋਰੇ। ਫਲ ਨਾ ਵੇਚੀਐ ਅੰਨ ਵਪਾਰ। ਵਚਨ ਬੜੇ ਕਮਾਲ ਦੇ ਕਹੇ ਨੇ ਸਤਿਗੁਰਾਂ ਨੇ, ਵੀ ਫਲ ਨਹੀਂ ਵੇਚਣੇ, ਨਾ ਹੀ ਅੰਨ ਦਾ ਵਪਾਰ ਕਰਨਾ। ਸੁਣਨ ਕੇ ਹੈਰਾਨੀ ਹੋਵੇਗੀ ਵੀ ਹੁਣ ਤਾਂ ਫਲਾਂ ਦਾ ਵੀ ਵਪਾਰ ਹੁੰਦਾ ਤੇ ਅੰਨ ਦਾ ਵੀ ਹੁੰਦਾ। ਇਹ ਤਾਂ ਸੀ ਕਿ ਪੁਰਾਣੇ ਸਮਿਆਂ ਵਿੱਚ ਜਿਹੜੇ ਫਲ ਲਾਏ ਜਾਂਦੇ, ਬਾਗ ਲਾਏ ਜਾਂਦੇ, ਉਹ ਰਸਤਿਆਂ ਦੇ ਕਿਨਾਰਿਆਂ ਤੇ ਲਾਏ ਜਾਂਦੇ ਸਨ।
ਵੀ ਆਉਂਦੇ ਜਾਂਦੇ ਲੋਕ ਜਿਹਨੇ ਸਫ਼ਰ ਵਿੱਚੋਂ ਉੱਥੋਂ ਲੰਘਦੇ ਆ ਉੱਥੋਂ ਫਲ ਖਾ ਕੇ ਉਹ ਆਪਣਾ ਪੇਟ ਭਰ ਸਕਣ। ਜਦੋਂ ਇਹਨਾਂ ਦਾ ਵਪਾਰ ਹੋਵੇਗਾ ਤੇ ਲੋਕਾਂ ਤੱਕ ਅੰਨ ਪਹੁੰਚਣਾ, ਫਲ ਪਹੁੰਚਣਾ ਔਖਾ ਹੋ ਜਾਏਗਾ। ਖਾਣਾ ਤਾਂ ਕਿਤੇ ਰਿਹਾ, ਪਰ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਤੋ ਸਮੇਂ ਦੇ ਮੁਤਾਬਕ ਲੋਕਾਂ ਦੀਆਂ ਪਰਿਸਥਿਤੀਆਂ ਬਦਲਦੀਆਂ ਨੇ। ਹੁਣ ਰਾਹ ਪੈਂਡੇ ਜਿਹੜੇ ਨੇ ਉਹ ਉੱਦਾਂ ਦੇ ਨਹੀਂ ਰਹੇ ਵੀ ਟੁਰ ਕੇ ਜਾਣਾ, ਪੈਦਲ ਚੱਲ ਕੇ ਜਾਣਾ। ਅੱਜ ਕੱਲ੍ਹ ਤਾਂ ਮਿੰਟਾਂ ਸਕਿੰਟਾਂ 'ਚ ਬੰਦਾ ਕਿੱਥੇ ਦੀ ਕਿੱਥੇ ਜਾ ਪਹੁੰਚਦਾ। ਤੋ ਉਸ ਵੇਲੇ ਇਹ ਵਿਹਤ ਸੀ। ਹਾਂਜੀ, ਤ੍ਰਿਣ ਕਾਸ਼ਟ ਅਰ ਚਾਮ ਨਿਵਾਰ। ਘਾਹ ਪੱਠੇ ਦਾ ਵਪਾਰ ਨਾ ਕਰੇ। ਜਦੋਂ ਘਾਹ ਪੱਠੇ ਦਾ ਵਪਾਰ ਹੋਵੇਗਾ ਤੇ ਪਸ਼ੂਆਂ ਵਾਸਤੇ ਜਿਹੜਾ ਆਮ ਕਰਕੇ ਉਹਨਾਂ ਸਮਿਆਂ ਵਿੱਚ ਲੋਕ ਜੰਗਲਾਂ ਵਿੱਚ ਜਾ ਕੇ ਕਿਤੋਂ ਘਾਹ ਖੋਤਰ ਕੇ ਲੈ ਆਉਣਾ ਤੇ ਘਾਹ ਖੋਤਰ ਕੇ ਲਿਆ ਕੇ ਉਹ ਆਪਣੇ ਪਸ਼ੂਆਂ ਨੂੰ ਪਾ ਲੈਣਾ। ਜਦੋਂ ਉਹਦਾ ਵਪਾਰ ਹੋਣ ਲੱਗ ਪਿਆ ਤੇ ਫਿਰ ਪਸ਼ੂਆਂ ਵਾਸਤੇ ਵੀ ਔਖਾ ਹੋ ਗਿਆ। ਜਦੋਂ ਪਸ਼ੂਆਂ ਵਾਸਤੇ ਘਾਹ ਪੱਠਾ ਮੁੱਲ ਆਉਣ ਲੱਗ ਪਿਆ ਤੇ ਫਿਰ ਦੁੱਧ ਦਾ ਵੀ ਵਪਾਰ ਹੋਣ ਲੱਗ ਪਿਆ। ਕਿਸੇ ਸਮੇਂ ਘਾਹ ਪੱਠੇ ਦਾ ਵਪਾਰ ਨਹੀਂ ਸੀ ਹੁੰਦਾ ਤੇ ਨਾ ਹੀ ਦੁੱਧ ਦਾ ਲੋਕ ਵਪਾਰ ਕਰਦੇ ਸਨ। ਤੋ ਇਸ ਪ੍ਰਕਾਰ ਕਾਸ਼ਟ ਲੱਕੜੀ ਦਾ ਵਪਾਰ ਨਹੀਂ ਹੋਣਾ ਚਾਹੀਦਾ। ਲੱਕੜ ਦਾ ਵਪਾਰ ਹੋਵੇਗਾ, ਲੋਕ ਵਪਾਰ ਕਰਨ ਲਈ ਵੱਧ ਤੋਂ ਵੱਧ ਦਰਖਤ ਵੱਢਣਗੇ, ਕੁਦਰਤ ਦੀ ਕਰੋਪੀ ਹੋਵੇਗੀ। ਲੱਕੜ ਦਾ ਵਪਾਰ ਜੇ ਬਾਲਣ ਦੀ ਲੋੜ ਪੈਂਦੀ ਸੀ, ਪਿੰਡਾਂ ਨਗਰਾਂ ਦੇ ਵਿੱਚ ਲੋਕ ਜੰਗਲ ਹੀ ਜੰਗਲ ਸਨ, ਹੁਣ ਤਾਂ ਸਮਾਪਤ ਹੀ ਹੋ ਗਏ ਸਾਰੇ ਜੰਗਲ। ਤੋ ਉੱਥੋਂ ਜਾ ਕੇ ਜਿੱਥੇ ਕੋਈ ਮਾੜੀਆਂ ਮੋਟੀਆਂ ਟੁੱਟੀਆਂ ਟਹਿਣੀਆਂ ਹੋਣੀਆਂ, ਬਾਲਣ ਹੋਣਾ, ਉਹ ਚੁੱਕ ਕੇ ਲਿਆ ਕੇ ਆਪਣਾ ਗੁਜ਼ਾਰਾ ਕਰ ਲੈਣਾ। ਤੋ ਉਸ ਵੇਲੇ ਦਾ ਵਪਾਰ ਚਮੜੇ ਦਾ ਵਪਾਰ ਹੋਵੇਗਾ ਤੇ ਪਸ਼ੂ ਮਾਰਨਗੇ ਲੋਕ। ਵੱਧ ਪਸ਼ੂਆਂ ਨੂੰ ਮਾਰ ਕੇ ਉਹਨਾਂ ਦਾ ਵਪਾਰ, ਤਾਂ ਹੀ ਚਮੜੇ ਦਾ ਵਪਾਰ ਹੋਵੇਗਾ। ਤੋ ਇਸ ਵਪਾਰ ਤੋਂ, ਸਿੱਖ ਚਮੜੇ ਦੇ ਵਪਾਰ ਤੋਂ, ਇਹ ਜਿਹੜੀਆਂ ਚੀਜ਼ਾਂ ਨੇ ਉਸ ਵੇਲੇ ਦੀਆਂ ਸਮਕਾਲੀ ਸਮੇਂ ਦੀਆਂ, ਇਹਨਾਂ ਤੋਂ ਗੁਰੇਜ਼ ਕਰੇ। ਹਾਂਜੀ, ਕਰਜ ਨ ਦੇਈ ਨੀਚ ਚੰਡਾਲ। ਕਿਸੇ ਨੀਚ ਬੰਦੇ ਨੂੰ ਸਿੱਖ ਕਰਜ਼ ਨਾ ਦੇਵੇ। ਕਰਜ਼ਾ ਨੀਚ ਬੰਦੇ ਨੂੰ ਕਰਜ਼ ਕਿਉਂ ਨਾ ਦੇਵੇ? ਚੰਡਾਲ ਨੂੰ। ਉਹਦਾ ਕਾਰਨ ਹੈ ਵੀ ਜਿਹਦਾ ਹੈ ਹੀ ਨੀਚ ਬਿਰਤੀ ਵਾਲਾ, ਉਹਨੇ ਵਾਪਸ ਨਹੀਂ ਮੋੜਨਾ। ਫਿਰ ਮੁੜ ਕੇ ਕ੍ਰਿਜਦੇ ਰਹੋਗੇ, ਲੈਣ ਲਈ ਲੜਦੇ ਰਹੋਗੇ। ਲਿਆਓ, ਆਪਣਾ ਹੀ ਪੈਸਾ ਮੰਗਤੇ ਬਣ ਕੇ ਮੰਗਣਾ ਪੈਂਦਾ, ਲਿਆ ਵੀ ਦੇ ਦੇ। ਆਮ ਕਰਕੇ ਕਈ ਪਤਾ ਕੀ ਕਰਦੇ ਆ, ਵਿਆਜ ਦੇ ਲਾਲਚ ਵਸ ਹੋ ਕੇ, ਪਤਾ ਵੀ ਹੁੰਦਾ ਵੀ ਫਲਾਣਾ ਬੰਦਾ ਇਹਦਾ ਰਿਕਾਰਡ ਮਾੜਾ ਹੈ ਬਾਜ਼ਾਰ ਵਿੱਚ, ਪਰ ਵਿਆਜ ਦੁੱਗਣਾ ਲਾ ਕੇ ਨਾ ਤਿੱਗਣਾ ਚੌਗਣਾ ਵੀ ਲਾ ਲੈਨੇ ਆ, ਚਲੋ ਫਸਿਆ ਹੋਇਆ। ਉਹ ਵਿਆਜ ਦੇ ਲਾਲਚ ਨੂੰ ਆਪਣੀ ਰਕਮ ਦੇ ਬੈਂਦੇ ਆ, ਮੁੜ ਕੇ ਫਿਰ ਮਿੰਨਤਾਂ ਕਰਦੇ ਫਿਰਦੇ। ਵਿਆਜ ਤਾਂ ਕਿਤੇ ਰਿਹਾ, ਫਿਰ ਮੂਲ ਮੁੜਨਾ ਵੀ ਔਖਾ ਹੋ ਜਾਂਦਾ। ਇਸ ਕਰਕੇ ਹਾਂ, ਜੇ ਕੋਈ ਭਰਾਤਰੀ ਭਾਵ ਵਾਲਾ ਹੈ, ਲੋੜਵੰਦ ਹੈ, ਉਹਦਾ ਕਿਰਦਾਰ ਠੀਕ ਹੈ, ਤਾਂ ਉਹਨੂੰ ਕਰਜ਼ਾ ਦੇ ਸਕਦੇ। ਹੁਣ ਕਿਸੇ ਅਮਲੀ ਨੂੰ ਕਰਜ਼ਾ ਦੇਈਏ, ਇਹ ਯੋਗਤਾ ਨਹੀਂ ਪਤਾ ਵੀ ਇਹਦਾ ਅਮਲੀ ਹੈ, ਇਹਨੂੰ ਕਰਜ਼ਾ ਦੇਣਾ ਨੇ ਜਾ ਕੇ ਅਮਲ ਖਾਣੇ ਨੇ। ਮਾੜਾ ਆਦਮੀ ਹੈ, ਇਹਨੇ ਭੈੜੇ ਕੰਮਾਂ ਵਿੱਚ ਪੈਸਾ ਲਾਉਣਾ, ਇਹਨੂੰ ਕਰਜ਼ਾ ਦੇਣ ਦਾ ਕੀ ਫਾਇਦਾ? ਜਿਹੜਾ ਯੋਗ ਹੈ, ਕੋਈ ਵਿਅਕਤੀ ਜਿਹਨੂੰ ਬਹੁਤ ਜ਼ਿਆਦਾ ਜ਼ਰੂਰਤ, ਜਿਹਨੇ ਆਪਣੀਆਂ ਪਰਿਵਾਰਕ ਜ਼ਰੂਰਤਾਂ ਪੂਰੀ ਕਰਨ ਲਈ ਕਰਜ਼ਾ ਲੈਣਾ ਹੈ, ਉਹਨੂੰ ਦੇ ਸਕਦੇ। ਇਸ ਕਰਕੇ ਨੀਚ ਆਦਮੀ ਜਿਹੜਾ ਹੁੰਦਾ, ਕਿਰਦਾਰ ਦਾ ਡਿੱਗਿਆ ਹੋਇਆ, ਕਰੈਕਟਰ ਦਾ ਡਿੱਗਿਆ ਹੋਇਆ, ਨਸ਼ੇੜੀ ਹੋਵੇ, ਅਮਲੀ ਹੋਵੇ, ਭੈੜੇ ਜੀਵਨ ਵਾਲਾ ਹੋਵੇ, ਉਹਨੂੰ ਕਰਜ਼ਾ ਨਾ ਦੇਵੇ ਸਿੱਖ। ਵਿਸ਼ਵਾ ਨਾਰੀ ਰਿਨ ਨੈ ਸਾਲ। ਵੇਸ਼ਵਾ ਇਸਤਰੀ ਹੈ, ਬਦ ਚਲਣ ਇਸਤਰੀ ਹੋਵੇ ਕੋਈ, ਉਹਨੂੰ ਨਾ ਪੈਸੇ ਕਰਜ਼ਾ ਦੇਵੇ, ਨਾ ਉਹਦੇ ਕੋਲ ਕਰਜ਼ਾ ਲਵੇ। ਇਹ ਨੀਤੀ ਦੇ ਬਚਨ ਨੇ ਬੜੇ ਗੁੱਝੇ। ਜਿਹੜੀ ਬਦ ਚਲਨ ਔਰਤ ਹੈ, ਆਪਣੇ ਆਚਰਣ ਤੋਂ ਡਿੱਗੀ ਹੋਈ ਔਰਤ ਹੈ, ਪਿੱਛੇ ਆਇਆ ਵੀ ਬਦ ਚਲਨ ਬੰਦੇ ਨੂੰ ਵੀ ਕਰਜ਼ਾ ਨਹੀਂ ਦੇਣਾ, ਤੇ ਬਦ ਚਲਨ ਔਰਤ ਹੋਵੇ, ਵੇਸ਼ਵਾ ਹੋਵੇ, ਜਿਹਦਾ ਇੱਕ ਖਸਮ ਨਹੀਂ ਹੈ, ਉਹਨੂੰ ਨਾ ਕਰਜ਼ਾ ਦੇਵੇ ਤੇ ਨਾ ਉਹਦੇ ਕੋਲ ਲਵੇ। ਦੇਵੇਗਾ ਤਾਂ ਤੇਰਾ ਜੀਵਨ ਕਲੰਕੀ ਹੋਵੇਗਾ, ਜੇ ਉਹਦੇ ਕੋਲ ਲਵੇਂਗਾ ਤਾਂ ਤੇਰਾ ਜੀਵਨ ਕਲੰਕੀ ਹੋਵੇਗਾ। ਇਸ ਕਰਕੇ ਉਹਨੂੰ ਕਰਜ਼ ਨਾ ਦੇਵੇ ਤੇ ਨਾ ਲਵੇ। ਕਾਹੂ ਸਿਉ ਝਗੜਾ ਨੇ ਮਾਂਡੋ। ਕਿਸੇ ਨਾਲ ਥਾਂ ਥਾਂ ਤੇ ਹਰ ਜਗ੍ਹਾ ਤੇ ਝਗੜਾ ਨਾ ਕਰਦਾ ਫਿਰੇ ਸਿੱਖ, ਬਿਨਾਂ ਗੱਲ ਤੋਂ ਹੀ। ਕਾਹੂ ਸਿਉ ਦਾ ਮਤਲਬ ਹੈ ਥਾਂ ਥਾਂ ਤੇ ਬਿਨਾਂ ਕਾਰਨ ਤੋਂ ਇਹਨਾਂ ਝਗੜਦਾ ਫਿਰੇ। ਕਈਆਂ ਦਾ ਸੁਭਾਅ ਹੁੰਦਾ ਹੈ,
ਉਹ ਕਹਿੰਦਾ ਮੈਂ ਤਾਂ ਪੈਸੇ ਸੁੱਟ ਕੇ ਲੜਾਈ ਲੈਣਾ ਹੁੰਨਾ, ਮੇਰਾ ਸੁਭਾਅ ਹੈ। ਕਈ ਲੋਕ ਨਾ ਇਦਾਂ ਮਾਣ ਵਿੱਚ ਹੀ ਵੀ ਮੈਂ ਤਾਂ ਪੈਸੇ ਸੁੱਟ ਕੇ ਲੜਾਈ ਲੈਂਦਾ ਹੁੰਨਾ, ਕੀ ਫਾਇਦਾ ਮੁੜ ਕੇ ਭੋਗਦਾ ਫਿਰਦਾ ਹੁੰਨਾ। ਬਿਨਾਂ ਕਾਰਨ ਤੋਂ, ਬਿਨਾਂ ਜ਼ਰੂਰਤ ਤੋਂ ਉਂਝੇ ਹੀ ਨਹੀਂ ਥਾਂ ਥਾਂ ਤੇ ਜਾ ਕੇ ਲੜਦਾ ਫਿਰੇ। ਹਾਂਜੀ, रहते आपनी मूल न छाडो। ਆਪਣੀ ਰਹਿਤ ਹੈ, ਕਦੇ ਉਸ ਰਹਿਤ ਦਾ ਮੂਲੋਂ ਹੀ ਤਿਆਗ ਨਾ ਕਰੇ ਸਿੱਖ। ਮੂਲੋਂ ਹੀ ਰਹਿਣੀ ਬਹਿਣੀ ਨਾ ਛੱਡੇ ਆਪਣੀ, ਕੁਝ ਹੋ ਜਾਏ ਆਪਣੀ ਰਹਿਤ ਵਿੱਚ ਪਰਪੱਕ ਰਹੇ ਸਿੱਖ। ਇਹ ਨਹੀਂ ਕਿ ਜਿੱਥੇ ਗਿਆ ਜਹਾਂ ਗੰਗਾ ਗਿਆ ਗੰਗਾ ਰਾਮ ਤੇ ਜਮਨਾ ਗਿਆ ਤੇ ਜਮਨਾ ਦਾਸ, ਐਸਾ ਨਹੀਂ ਹੁੰਦਾ ਸਿੱਖ। ਸਿੱਖ ਜਿੱਥੇ ਜਾਵੇ ਆਪਣੀ ਰਹਿਤ ਵਿੱਚ ਪਰਪੱਕ ਰਹਿੰਦਾ, ਤਿਆਰ ਬਰ ਤਿਆਰ ਰਹਿਣਾ। ਆਪਣੀ ਰਹਿਤ ਦਾ ਮੂਲੋਂ ਹੀ ਕਦੇ ਤਿਆਗ ਨਾ ਕਰੇ। ਦੁਰਜਨ ਸੇਤੀ ਪ੍ਰੀਤ ਨਾ ਕਰੋ। ਜਿਹੜਾ ਦੁਰਜਨ ਹੋਵੇ, ਖੋਟਾ ਹੋਵੇ, ਉਹਦੇ ਨਾਲ ਕਦੇ ਪ੍ਰੀਤ ਨਾ ਕਰੋ। ਦੁਰਜਨ ਬੰਦੇ ਨਾਲ, ਖੋਟੇ ਬੰਦੇ ਨਾਲ ਕੀ ਪ੍ਰੀਤ ਕਰਨੀ ਹੋਈ। ਤੇ ਜੇ ਸੱਪ ਨਾਲ ਕਦੇ ਪ੍ਰੀਤ ਕੀਤੀ ਜਾ ਸਕਦੀ ਹੈ? ਉਹਦਾ ਸੁਭਾਅ ਹੈ, ਤੁਸੀਂ ਜਿੰਨੀ ਮਰਜ਼ੀ ਉਹਦੇ ਨਾਲ ਪ੍ਰੀਤ ਕਰੋ, ਉਹਨੇ ਮੌਕਾ ਪੈਣ ਤੇ ਡਾਸੀ ਲੈਣਾ, ਡਾਂਗੀ ਲੈਣਾ। ਸੱਪੈ ਦੁੱਧ ਪਿਆਲੀਆ ਵੀ ਉਹ ਮੁੱਖੋਂ ਸੁੱਟਾ ਹੈ। ਇਸ ਕਰਕੇ ਦੁਰਜਨ ਆਦਮੀ ਦੇ ਨਾਲ ਕਦੇ ਪ੍ਰੀਤ ਨਾ ਕਰੋ। ਹਿਰਦੇ ਰੋਸ ਕਾਮ ਪਰ ਹਰੋ। ਆਪਣੇ ਹਿਰਦੇ ਚੋਂ ਕਾਮ ਤੇ ਕ੍ਰੋਧ ਆਦਿਕ ਜਿਹੜੇ ਵਿਕਾਰ ਨੇ, ਉਹਨਾਂ ਦਾ ਤਿਆਗ ਕਰੋ। ਰੋਸ ਦਾ ਮਤਲਬ ਕ੍ਰੋਧ ਹੈ। ਕਾਮ ਤੇ ਕ੍ਰੋਧ ਆਦਿਕ ਜਿਹੜੇ ਵਿਕਾਰ ਨੇ, ਇਹਦਾ ਤਿਆਗ ਆਪਣੇ ਹਿਰਦੇ ਚੋਂ ਕਰੋ। ਜੋ ਮਾਰਗ ਮੈਂ ਬੈਠੇ ਨਾਏ। ਚੁਰਸਤੇ ਵਿੱਚ ਨਾ ਬੈਠੇ ਕਦੇ। ਹੁਣ ਚੁਰਸਤੇ ਵਿੱਚ ਨਾ ਬੈਠੇ ਦਾ ਕੀ ਮਤਲਬ ਹੈ? ਵੀ ਚੁਰਸਤੇ ਵਿੱਚ ਆਵਾਜਾਈ ਜ਼ਿਆਦਾ ਹੁੰਦੀ ਹੈ। ਜਿੱਥੇ ਚੁਰਸਤਾ ਹੁੰਦਾ ਬਕਾਇਦਾ, ਉੱਥੇ ਪੁਲਿਸ ਨੂੰ ਪਹਿਰਾ ਲਾਣਾ ਪੈਂਦਾ ਵੀ ਇੱਥੇ ਐਕਸੀਡੈਂਟ ਨਾ ਹੋਵੇ। ਤੇ ਜਦੋਂ ਕੋਈ ਚੁਰਸਤੇ 'ਚ ਬੈਠੇਗਾ ਉਹਦਾ ਨੁਕਸਾਨ ਹੀ ਹੋਵੇਗਾ ਨਾ। ਉੱਥੇ ਆਵਾਜਾਈ ਜ਼ਿਆਦਾ ਹੋਵੇਗੀ, ਉੱਥੋਂ ਲੰਘੇ, ਕਿਉਂਕਿ ਕਰੋਸ ਹੋਣਾ ਸਾਰਿਆਂ ਨੇ, ਉੱਥੋਂ ਲੰਘਣਾ। ਇਸ ਕਰਕੇ ਚੁਰਸਤੇ ਵਿੱਚ ਕਦੇ ਨਾ ਬੈਠੇ। ਟੂਟਾ ਬਾਸਨ ਮੰਜੀ ਲਾਏ। ਟੁੱਟਾ ਭਾਂਡਾ ਹੋਵੇ ਉਹਦੇ 'ਚ ਨਾ ਛਕੇ। ਟੁੱਟੇ ਭਾਂਡੇ 'ਚ ਕਿਉਂ ਨਾ ਛਕੇ? ਉਹਦੇ 'ਚ ਜਿਹੜੀ ਸਬਜ਼ੀ ਭਾਜੀ ਪਾਈ ਹੋਣੀ ਆ, ਉਹ ਰੁੜੇਗੀ, ਉਹਦੀ ਬੇਅਦਬੀ ਹੋਵੇਗੀ। ਅੰਨ ਦੀ, ਅੰਨ ਦਾ ਅਨਾਦਰ ਹੋਵੇਗਾ ਨਾ। ਇਸ ਕਰਕੇ ਟੁੱਟੇ ਭਾਂਡੇ 'ਚ ਨਾ ਛਕੇ। ਉਹਦੇ ਨਾਲੋਂ ਚੰਗਾ ਵੀ ਪ੍ਰਸ਼ਾਦੇ ਦੇ ਉੱਤੇ ਹੀ 2 ਕੜਛੀ ਜਿਹੜੀ ਸਬਜ਼ੀ ਪਵਾਣੀ ਛਕ ਲਵੇ। ਟੁੱਟੇ ਭਾਂਡੇ 'ਚ ਨਾ ਛਕੇ। ਫਿਰ ਟੁੱਟੇ ਮੰਜੇ ਤੇ ਨਾ ਸੋਵੇਂ, ਉਹਦੇ ਨਾਲੋਂ ਥੱਲੇ ਪੁੰਜੇ ਸੋ ਜੇ ਚੰਗਾ। ਟੁੱਟੇ ਮੰਜੇ ਤੇ ਕਿਉਂ ਨਾ ਸੋਵੇਂ? ਇਹ ਕੋਈ ਉਹ ਨਹੀਂ ਹੈ ਵੀ ਇਹ ਅਪਸ਼ਗਨ ਹੈ ਜੀ ਜਾਂ ਬਦ ਸ਼ਗਨ। ਟੁੱਟੇ ਮੰਜੇ ਤੇ ਸੋਵੋਗੇ, ਸਵੇਰੇ ਲੱਕ ਦੁਖੇਗੀ, ਲੱਕ ਟੇਢੀ ਮੇਢੀ ਹੋਏਗੀ। ਉੱਠ ਕੇ ਜਦੋਂ ਸੌਣਾ ਤਾਂ ਹੁੰਦਾ ਵੀ ਚਲੋ ਸਰੀਰ ਨੂੰ ਰੈਸਟ ਮਿਲੇ, ਤੇ ਜਦੋਂ ਸਵੇਰੇ ਉੱਠੇ ਉਧਰੋਂ ਲੱਕ ਟੁੱਟੀ ਹੋਵੇ, ਉਧਰੋਂ ਮੋਢੇ ਪੀੜ ਹੁੰਦੇ ਹੋਣ, ਟੁੱਟੇ ਮੰਜੇ ਤੇ ਸੌਂ ਕੇ ਸਰੀਰ ਨੇ ਸੁਖੀ ਥੋੜੀ ਹੋਣਾ। ਇਸ ਕਰਕੇ ਉਹਦੇ ਨਾਲ ਉਹਦਾ ਚੰਗਾ ਵੀ ਥੱਲੇ ਪੁੰਜੇ ਚਾਦਰ ਜੀ ਢਾ ਲਿਓ, ਸਗੋਂ ਜ਼ਿਆਦਾ ਵਧੀਆ ਸੁਖਦਾਈ ਹੈ। ਤੇ ਟੁੱਟੇ ਮੰਜੇ ਤੇ ਨਾ ਸਵੇਂ। ਹਾਂਜੀ, ਉਰਦ ਸਵਾਸ ਧੋਏ ਆਦਾ ਪਾਏ। ਲੰਮਾ ਹੌਕਾ ਨਾ ਭਰੇ, ਹਾਵੇ ਨਾ ਲਵੇ। ਉਰਦ ਸਵਾਸ ਦਾ ਮਤਲਬ ਹੈ, ਕਈਆਂ ਹੁੰਦਾ ਨਾ ਹੌਕਾ ਭਰਦੇ, ਹਾਏ ਇਹਦਾ ਲੰਮਾ ਜਿਹਾ ਹੌਕਾ। ਕਹਿੰਦੇ ਸਿੱਖ ਕਦੇ ਆ ਲੰਮਾ ਜਿਹਾ ਹੌਕਾ ਜਾ ਨਾ ਭਰੇ। ਏਦਾਂ ਨਾ ਕਿ ਹਾਏ ਮਰ ਗਏ, ਇਹ ਕਦੇ ਸਿੱਖ ਨਾ ਆਖੇ ਆਪਣੀ ਰਸਨਾ ਤੋਂ। ਫੇਰ ਧੋਏ ਆਦਾ ਪਾਏ। ਜਦੋਂ ਗੁਰੂ ਸਾਹਿਬ ਦੇ ਦਰਬਾਰ ਚ ਆਉਣਾ, ਉਦੋਂ ਅੱਧੇ ਪੈਰ ਨਾ ਧੋਵੇ, ਪੂਰੇ ਪੈਰ ਧੋ ਕੇ ਆਵੇ। ਇੱਥੇ ਤਾਂ ਸੇਵਾਦਾਰਾਂ ਨੂੰ ਲੜਨਾ ਪੈਂਦਾ, ਉਹ ਪੈਰ ਧੋ ਕੇ ਜਾਓ ਅੰਦਰ। ਚਰਨ ਗੰਗਾ ਦੇ ਖਲੋਤੇ ਨਾ ਬਰਛੇ ਵਾਲੇ ਸਿੰਘ, ਉਹਨਾਂ ਨੂੰ ਕਈਆਂ ਨਾਲ ਲੜਾਈ ਕਰਨੀ ਪੈ ਜਾਂਦੀ। ਕਿਉਂ? ਉਹ ਅੱਗੋਂ ਲੜਨ ਨੂੰ ਪੈਂਦੇ, ਅਸੀਂ ਨਹੀਂ ਧੋਣੇ ਜੀ। ਹੁਣ ਅੱਗੇ ਠੰਡ ਆ ਜਾਣੀ, ਉਦੋਂ ਹੋਰ ਲੜਾਈ ਹੋਇਆ ਕਰਨੀ ਵੀ ਹੁਣ ਤਾਂ ਪੈਰ ਉੱਕਾ ਹੀ ਨਹੀਂ ਧੋਣੇ। ਉਹ ਕਹਿ ਕਹਿ ਕੇ ਮਿੰਨਤਾਂ ਕਰ ਕਰਕੇ, ਭਾਈ ਪੈਰ ਧੋ ਕੇ ਮਹਾਰਾਜ ਜੀ ਦੇ ਦਰਬਾਰ 'ਚ ਜਾਓ ਸਤਿਕਾਰ ਨਾਲ। ਇਹ ਮਰਿਆਦਾ ਵੀ ਹੈ। ਅੱਧੇ ਪੈਰ ਨਾ ਧੋਵੇ, ਪੂਰੇ ਪੈਰ ਜਲ ਦੇ ਵਿੱਚ ਪੂਰੇ ਪੈਰ ਡੁੱਬ ਜਾਣ ਫਿਰ ਧੋਵੋ। ਕਈ ਉਦਾਂ ਹੀ ਬਿਨਾਂ ਗੱਲ ਤੋਂ ਹੀ ਬਹਾਨੇ, ਜੀ ਸਾਡੇ ਨਾ ਸਕਿਨ ਪ੍ਰੋਬਲਮ ਹੈ ਪੈਰਾਂ ਨੂੰ। ਉਹ ਸਕਿਨ ਪ੍ਰੋਬਲਮ ਇਸ ਕਰਕੇ ਅਸੀਂ ਨਹੀਂ ਪੈਰ ਧੋਂਦੇ। ਭਾਵੇਂ ਚੰਗੇ ਭਲੇ ਹੋਣ, ਮੁੜ ਕੇ ਨਾਲਦਿਆਂ ਨੂੰ ਅੱਖ ਜਾ ਇਸ਼ਾਰਾ ਜਾ ਕਰਕੇ ਵੇਖਿਆ,
ਝੂਠ ਤਾਂ ਬੋਲ ਲਿਆ ਸੱਜਣਾ, ਪਰ ਸਤਿਗੁਰੂ ਤਾਂ ਜਾਣਦੇ ਨੇ। ਉਹ ਸੇਵਾਦਾਰ ਨੂੰ ਚਾਹੇ ਨਹੀਂ ਪਤਾ, ਪਰ ਗੁਰੂ ਪਾਤਸ਼ਾਹ ਤਾਂ ਜਾਣਦੇ ਆ ਵੀ ਹੈ ਕਿ ਨਹੀਂ। ਇਸ ਕਰਕੇ ਅੱਧੇ ਪੈਰ ਨਾ ਧੋਵੇ, ਪੂਰੇ ਪੈਰ ਧੋ ਕੇ ਫਿਰ ਮਹਾਰਾਜ ਜੀ ਦੇ ਦਰਬਾਰ ਵਿੱਚ ਆਵੇ। ਰਾਹ ਚੋਂ ਆਏ ਆ, ਸਫ਼ਰ ਚੋਂ ਆਏ ਆ, ਸਫ਼ਰ ਦਾ ਕੋਈ ਰਾਹ ਕੱਟਾ ਮਿੱਟੀ ਪੈਰਾਂ ਤੇ ਹੁੰਦਾ, ਜਰਾਬਾਂ ਪਾਈਆਂ ਹੁੰਦੀਆਂ, ਕਈ ਵਾਰੀ ਪੈਰ ਚੋਂ ਮੁਸ਼ਕ ਆਉਂਦੀ ਹੁੰਦੀ ਹੈ। ਜਦੋਂ ਚੰਗੀ ਤਰ੍ਹਾਂ ਪੈਰ ਧੋ ਲਵਾਂਗੇ ਮਲ ਕੇ, ਉਹ ਸਾਫ਼ ਹੋ ਜਾਣਗੇ ਮਹਾਰਾਜ ਜੀ ਦੇ ਦਰਬਾਰ। ਜੇ ਮੁਸ਼ਕ ਹੀ ਮਾਰੀ ਜਾਣ ਪੈਰ ਜਰਾਬਾਂ ਵਾਲੇ ਤੇ ਫਿਰ ਵੀ ਔਖਾ ਹੈ ਨਾ, ਵੀ ਮਹਾਰਾਜ ਜੀ ਦੇ ਦਰਬਾਰ 'ਚ ਨਾਲ ਬੈਠਾ ਕੋਈ ਸਿੱਖ ਵੀ ਪਰੇਸ਼ਾਨ ਹੋਵੇ। ਤੋ ਇਹ ਮਰਿਆਦਾ ਹੈ ਵੀ ਪੈਰ ਪੂਰੇ ਧੋ ਕੇ ਫਿਰ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਓ। ਦਾਂਤਨ ਸੋ ਨਕ ਦੇ ਤਰਿਤਾਏ, ਦੰਦਾਂ ਦੇ ਨਾਲ ਕਦੇ ਹੱਥਾਂ ਦੇ ਨੋਹ ਨਹੀਂ ਕੱਟਣੇ। ਚਲੋ ਅੱਜ ਕੱਲ ਤਾਂ ਹੋਰ ਬੜੇ ਸਾਧਨ ਆ ਗਏ, ਨੀਲ ਕਟਰ ਵਗੈਰਾ ਵਗੂਰਾ। ਕਿਸੇ ਸਮੇਂ ਇਹ ਜ਼ਿਆਦਾ ਜਦੋਂ ਨਹੀਂ ਸਨ ਹੁੰਦੇ, ਉਦੋਂ ਲੋਕ ਮੂੰਹ ਦੇ ਨਾਲ ਹੀ ਦੰਦ ਕੱਟ ਲਿਆ ਕਰਦੇ ਸਨ। ਮਹਾਰਾਜ ਕਹਿੰਦੇ ਨਹੀਂ, ਇਹ ਯੋਗ ਨਹੀਂ ਹੈ। ਵੇਖੋ ਇਹ 300 350 ਸਾਲ ਪਹਿਲਾਂ ਮਹਾਰਾਜ ਜੀ ਬਚਨ ਕਰ ਰਹੇ ਨੇ, ਜਦੋਂ ਲੋਕਾਂ ਵਿੱਚ ਇਦਾਂ ਦੀ ਜਾਗਰਤੀ ਨਹੀਂ ਸੀ ਕਿ ਹੱਥਾਂ ਦੇ ਨੋਹਾਂ ਵਿੱਚ ਕੋਈ ਜਰਾਸੀਨ ਹੁੰਦੇ ਹੈ, ਗੰਦਗੀ ਹੁੰਦੀ ਹੈ, ਜਾਂ ਇਹਨਾਂ ਵਿੱਚ ਕੋਈ ਅਣੂ ਜੀਵਾਣੂ ਹੁੰਦੇ, ਉਹ ਮੂੰਹ 'ਚ ਜਾਵੇ ਤੇ ਪੇਟ ਖਰਾਬ ਹੁੰਦਾ ਹੈ। ਪਰ ਗੁਰੂ ਪਾਤਸ਼ਾਹ ਉਦੋਂ ਸੁਚੇਤ ਕਰ ਰਹੇ ਨੇ ਕਿ ਮੂੰਹ ਦੇ ਨਾਲ ਦੰਦਾਂ ਨੂੰ ਨਾ ਕੱਟੇ। ਹਾਂਜੀ, ਖਾਵਤ ਬੇਰ ਹਸੈ ਬਕਬਾਦ, ਜਦੋਂ ਪ੍ਰਸ਼ਾਦਾ ਛਕ ਰਹੇ ਹੋ ਉਦੋਂ ਹੱਸੇ ਨਾ ਖਿੜਖੜਾ ਕੇ ਤੇ ਨਾ ਬਹੁਤਾ ਬਕਵਾਸ ਕਰੇ। ਬਕਵਾਸ ਦਾ ਮਤਲਬ ਹੁੰਦਾ ਵੀ ਬਿਨਾਂ ਗੱਲ ਤੋਂ ਬਕਵਾਸ ਕਰੀ ਜਾਣਾ, ਨਾਲੇ ਖਾਈ ਜਾਣਾ, ਬਿਨਾਂ ਗੱਲ ਤੋਂ ਬੋਲੀ ਜਾਣਾ। ਕੋਈ ਜ਼ਰੂਰੀ ਬਚਨ ਹੋਵੇ ਬੋਲੋ, ਨਹੀਂ ਤਾਂ ਛਕਣ ਪ੍ਰਸ਼ਾਦਾ ਛਕਣ ਵੇਲੇ ਨਾ ਹੱਸੋ ਤੇ ਨਾ ਬੋਲੋ। ਇਹਦੇ 'ਚ ਸਾਇੰਟੀਫਿਕ ਕਾਰਨ ਵੀ ਹੈ। ਜਦੋਂ ਹੱਸੋਗੇ ਪ੍ਰਸ਼ਾਦਾ ਛਕਦਿਆਂ ਉੜਥੂ ਲੱਗੇਗਾ, ਬਹੁਤਾ ਬੋਲੋਗੇ ਤਾਂ ਹੁੜਥੂ ਲੱਗੇਗਾ, ਜੀਭ ਵੱਢੀ ਜਾਏਗੀ, ਦੰਦ ਥੱਲੇ ਆ ਜਾਏਗੀ। ਜਦੋਂ ਧਿਆਨ ਗੱਲਾਂ ਵਿੱਚ ਹੋਣਾ, ਪ੍ਰਸ਼ਾਦੇ 'ਚ ਨਹੀਂ ਹੋਣਾ। ਫਿਰ ਤੀਜਾ, ਜਦੋਂ ਧਿਆਨ ਗੱਲਾਂ ਵਿੱਚ ਹੋਵੇਗਾ, ਪ੍ਰਸ਼ਾਦੇ ਦੋਵਾਂ ਦੀ ਲੋੜ ਹੈ, ਤੁਸੀਂ 4 ਖਾ ਜਾਓਗੇ, ਪਤਾ ਹੀ ਨਹੀਂ ਲੱਗਣਾ ਵੀ 4 ਹਾਂ ਵੀ ਕਿੰਨੀਆਂ ਖਾ ਲਈਆਂ। ਫਿਰ ਪੁੱਛਦੇ ਨੇ ਜਿਹੜਾ ਚਕਾਉਂਦਾ ਹੁੰਦਾ, ਉਹ ਵੀ ਅੱਗੋਂ ਭਲਾ ਮਾਨਸ ਕਹਿੰਦਾ ਯਾਰ ਮੈਂ ਗਿਣਦਾ ਪਿਆ, ਮੈਨੂੰ ਕੀ ਪਤਾ ਕਿੰਨੀਆਂ ਖਾ ਗਿਆ। ਇਸ ਕਰਕੇ ਭੋਜਨ ਛਕਣ ਵੇਲੇ ਨਾ ਬਹੁਤਾ ਬੋਲੇ ਤੇ ਨਾ ਹੀ ਭੋਜਨ ਛਕਣ ਵੇਲੇ ਹੱਸੇ। ਯਾਨੀ ਕਿ ਸੰਜਮ 'ਚ ਅੰਨ ਦਾ ਸਤਿਕਾਰ ਕਰਦਿਆਂ ਹੋਇਆਂ, ਗੁਰਦੇਵ ਦਾ ਚਿੰਤਨ ਕਰਦਿਆਂ ਹੋਇਆਂ ਭੋਜਨ ਗ੍ਰਹਿਣ ਕਰੇ। ਭੋਜਨ ਪੀਛੇ ਪੇਟ ਜੋ ਥਾਪ, ਕਈਆਂ ਦੀ ਆਦਤ ਹੁੰਦੀ ਹੈ ਨਾ, ਖਾ ਕੇ ਚੰਗੀਆਂ 8-10 ਰੋਟੀਆਂ ਫਿਰ ਢਿੱਡ ਤੇ ਥਾਪੀ ਮਾਰ ਕੇ ਕਹਿੰਦੇ ਹਾਂ ਬਸ ਰੱਜ ਗਏ, ਅੱਜ ਬਣ ਗਈ ਗੱਲ। ਢਿੱਡ ਤੇ ਥਾਪੀ ਮਾਰਦੇ। ਕਹਿੰਦੇ ਸਿੱਖ ਦਾ ਨਹੀਂ ਇਹ ਨਿਯਮ। ਸਿੱਖ ਕਦੇ ਪੇਟ ਦੇ ਉੱਤੇ ਰੋਟੀ ਖਾਣ ਤੋਂ ਬਾਅਦ ਥਾਪੀ ਨਾ ਮਾਰੇ, ਕਿਉਂਕਿ ਸਿੱਖ ਇਸ ਢਿੱਡ ਵਾਸਤੇ ਨਹੀਂ ਜੀਵਦਾ, ਸਿੱਖ ਆਪਣੇ ਗੁਰੂ ਵਾਸਤੇ ਜੀਵਦਾ। ਤੇ ਜਿਹੜੇ 2 ਪ੍ਰਸ਼ਾਦੇ ਛਕੇ ਨੇ ਉਹ ਇਸ ਕਰਕੇ ਛਕੇ ਨੇ ਵੀ ਇਹ ਸਰੀਰ ਦਾ ਨਿਰਵਾਹ ਹੋ ਸਕੇ। ਭੋਜਨ ਛਕ ਕੇ ਕਈਆਂ ਦਾ ਸੁਭਾਅ ਹੁੰਦਾ ਢਿੱਡ ਤੇ ਹੱਥ ਮਾਰਨਾ, ਐਨ ਢਿੱਡ ਦੇ ਉੱਤੇ ਐਨ ਜਿਵੇਂ ਸਵਾਦ ਜਿਹਾ ਲੈ ਕੇ, ਵੀ ਸਵਾਦੀ ਹੋ ਕੇ ਥੋੜੀ ਰਸ ਲੈਣ ਲਈ ਭੋਜਨ ਥੋੜੀ ਖਾਣਾ ਸਿੱਖ ਨੇ। ਤੂੰ ਆਪਣੇ ਪੇਟ ਦੇ ਉੱਤੇ, ਇਹ ਯੋਗ ਨਹੀਂ। ਇਹ ਜਿਵੇਂ ਕਹਿੰਦੇ ਆ ਨਾ ਵੀ ਅਸਭਿਅਕ ਬਾਤ ਹੁੰਦੀ, ਜਿਵੇਂ ਪ੍ਰਸ਼ਾਦਾ ਛਕਦਿਆਂ ਹੱਸਣਾ, ਮੂੰਹ ਦੇ ਨਾਲ ਨੋਹ ਕੱਟਣੇ, ਇਹ ਅਸਭਿਅਕ ਬਾਤਾਂ ਨੇ। ਮਹਾਰਾਜ ਜੀ ਆਪਣੇ ਸਿੱਖਾਂ ਨੂੰ ਸਭਿਅਕ ਵੀ ਬਣਾਉਂਦੇ ਆ, ਵੀ ਮੇਰਾ ਸਿੱਖ ਸਭਿਅਕ ਵੀ ਹੈ, ਐਦਾਂ ਕਾਨੂੰਨ ਦੇ ਵਿੱਚ ਸਭਿਅਤਾ ਵਿੱਚ ਰਹਿਣ ਵਾਲਾ ਹੈ, ਸਭਿਅਕ ਹੈ, ਅਸਭਿਅਕ ਨਹੀਂ ਹੈ। ਇਸ ਕਰਕੇ ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰਦੇਵ ਕਹਿੰਦੇ ਆਪਣੇ ਢਿੱਡ ਦੇ ਉੱਤੇ ਥਾਪੀ ਨਾ ਮਾਰੇ, ਔਰ ਏਦਾਂ ਹੱਸ ਕੇ ਨਾ ਆਖੇ ਵੀ ਹਾਂ ਅੱਜ ਰੱਜ ਗਏ ਚੰਗੀ ਤਰ੍ਹਾਂ, ਵੀ ਅੱਜ ਹੀ ਰੱਜਿਆ, ਕਦੇ ਪਹਿਲਾਂ ਖਾਧੀਆਂ ਨਹੀਂ ਰੋਟੀਆਂ, ਕਦੇ ਰੱਬ ਨੇ ਤੈਨੂੰ ਪਹਿਲਾਂ ਨਹੀਂ ਦਿੱਤਾ ਰੋਟੀ ਭੋਜਨ। ਇਸ ਕਰਕੇ ਭਾਈ ਥਾਪੀ ਮਾਰਨ ਦੀ ਬਜਾਏ ਨਾ ਰੋਟੀ ਛਕਣ ਤੋਂ ਬਾਅਦ ਹੱਥ ਜੋੜ ਕੇ ਸ਼ੁਕਰਾਨੇ ਦੀ ਅਰਦਾਸ ਕਰੇ, ਦਾਤਾ ਜੀ ਸ਼ੁਕਰ ਆਪ ਜੀ ਨੇ ਕਿਰਪਾ ਕੀਤੀ, ਭੋਜਨ ਦੀ ਦਾਤ ਬਖਸ਼ੀ ਹੈ। ਜੇ ਪ੍ਰਸਾਦ ਛਤ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਇਹ ਅਵਸਥਾ ਸਿੱਖ ਦੀ ਹੈ।
ਰੋਵੇ ਹਸੇ ਨ ਕਬ ਗੁਰ ਆਗੇ। ਗੁਰਾਂ ਦੇ ਦਰਬਾਰ ਵਿੱਚ ਆ ਕੇ ਕਦੇ ਉੱਚੀ ਉੱਚੀ ਰੋਵੇ ਨਾ, ਤੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਕੇ ਕਦੇ ਉੱਚੀ ਉੱਚੀ ਖਿੜ ਕੇ ਹੱਸੇ ਵੀ ਨਾ। ਇਹ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਹੁੰਦਾ ਇਦਾਂ। ਹਾਂ, ਇੱਕ ਅਵਸਥਾ ਐਸੀ ਆਉਂਦੀ ਹੈ ਜਦੋਂ ਨੇਤਰਾਂ ਵਿੱਚੋਂ ਗੁਰਬਾਣੀ ਸੁਣਦਿਆਂ ਪੜ੍ਹਦਿਆਂ ਜਲ ਵਹਿਣ ਲੱਗ ਪਵੇ, ਉਹ ਰੋਣਾ ਪ੍ਰਵਾਨ ਹੈ। ਪਰ ਉੱਚੀ ਉੱਚੀ ਘੂਕਾਂ ਮਾਰ ਕੇ ਰੋਣਾ ਬਿਨਾਂ ਕਾਰਨ ਤੋਂ ਆਪਣੇ ਕਿਸੇ ਦੁੱਖ ਤਕਲੀਫ ਵਾਸਤੇ, ਇਹ ਯੋਗ ਨਹੀਂ। ਵੈਰਾਗ ਵਿੱਚ ਆ ਕੇ ਨੇਤਰਾਂ ਚੋਂ ਜਲ ਵਹਿਣਾ ਉਹ ਵਿਹਿਤ ਹੈ। ਉੱਚੀ ਉੱਚੀ ਹੱਸਣਾ ਨਹੀਂ, ਖਿੜਖੜਾ ਕੇ ਕਲਕਾਰੀਆਂ ਮਾਰ ਕੇ ਤਾਲੀਆਂ ਮਾਰ ਕੇ ਗੁਰੂ ਸਾਹਿਬ ਦੇ ਦਰਬਾਰ 'ਚ ਨਹੀਂ। ਹਾਂ, ਕਿਤੇ ਮੁਸਕਰਾਹਟ ਦੇ ਨਾਲ ਚਿਹਰਾ ਖਿੜਿਆ ਹੋਵੇ ਤਾਂ ਉਹ ਗੱਲ ਵੱਖਰੀ ਹੈ। ਉਹ ਹੱਸਣਾ ਵੀ ਪ੍ਰਵਾਨ, ਜਿਹੜਾ ਗੁਰੂ ਸਾਹਿਬ ਦਾ ਬਚਨ ਸੁਣਦਿਆਂ ਚਿਹਰਾ ਖਿੜੇ ਮੁਸਕਰਾਵੇ ਉਹ ਪ੍ਰਵਾਨ। ਪਰ ਖਿੜਖੜਾ ਕੇ ਜਿਵੇਂ ਆਮ ਦੁਨਿਆਵੀ ਲੋਕ ਹੱਸਦੇ ਆ, ਏਦਾਂ ਮਹਾਰਾਜ ਜੀ ਦੇ ਦਰਬਾਰ ਵਿੱਚ ਨਹੀਂ ਹੱਸਣਾ। ਉੱਚਾ ਅਦਬ ਨਾਲ ਮਹਾਰਾਜ ਜੀ ਦਾ ਭੈ ਰੱਖਦਿਆਂ ਸਤਿਕਾਰ ਰੱਖਦਿਆਂ ਰਹਿਣਾ ਹੈ। ਲਖਮੀ ਨਾਸ਼ ਦਰਿਦਰੀ ਪਾਗੈ। ਤਾਲੀਆਂ ਮਾਰ ਮਾਰ ਨਹੀਂ ਹੱਸਣਾ ਮਹਾਰਾਜ ਜੀ ਦੇ ਦਰਬਾਰ 'ਚ, ਇਹ ਮਰਿਆਦਾ ਨਹੀਂ ਹੈ। ਕਈ ਹੱਸਣ ਲੱਗ ਪਏ ਨੇ ਅੱਜ ਕੱਲ, ਨਾਲੇ ਹੱਥ ਨਾਲ ਤਾੜੀ ਮਾਰ ਕੇ ਹੱਸਦੇ ਆ। ਵੇਖੋ ਜੀ, ਇਹ ਕੰਮ ਮਰਾਸ਼ੀਆਂ ਦਾ ਹੋ ਸਕਦਾ ਹੈ, ਗੁਰਸਿੱਖਾਂ ਦਾ ਨਹੀਂ ਹੈ। ਮਹਾਰਾਜ ਜੀ ਦੇ ਦਰਬਾਰ ਵਿੱਚ ਆ, ਦਰਬਾਰ ਚੋਂ ਬਾਹਰ ਤੁਸੀਂ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚੋਂ, ਉੱਥੇ ਤੁਸੀਂ ਹੱਸਦੇ ਹੋ ਖੇਡਦੇ ਹੋ, ਗੱਲ ਵੱਖਰੀ ਹੈ। ਮਹਾਰਾਜ ਜੀ ਦੇ ਦਰਬਾਰ ਦੀ ਮਰਿਆਦਾ। ਦੁਬਾਰਾ ਪੜੋ ਜੀ। ਰੋਵੇ ਹਸੇ ਨ ਕਬ ਗੁਰ ਆਗੇ। ਹਾਂਜੀ, ਲਖਮੀ ਨਾਸ਼ ਦਰਿਦਰੀ ਪਾਗੈ। ਜਿਹੜਾ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਉੱਚੀ ਉੱਚੀ ਖਿੜ ਖਿੜ ਕੇ ਹੱਸਦਾ ਹੈ, ਕਿਲਕਾਰੀਆਂ ਮਾਰ ਕੇ ਤਾੜੀਆਂ ਮਾਰ ਕੇ, ਜਾਂ ਫਿਰ ਵੈਣ ਪਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਰੋਂਦਾ ਹੈ। ਅਕਸਰ ਜਦੋਂ ਕੋਈ ਪ੍ਰਾਣੀ ਚਲਾਣੇ ਕਰ ਜਾਂਦਾ ਤੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਕਈ ਮਾਈਆਂ ਬੈਠੀਆਂ ਉੱਚੀ ਉੱਚੀ ਗਲ ਲੱਗ ਲੱਗ ਰੋਂਦੀਆਂ ਨੇ, ਉਹ ਯੋਗ ਨਹੀਂ ਹੈ। ਜਿਹੜਾ ਇਸ ਤਰ੍ਹਾਂ ਕਰਦਾ ਹੈ, ਮਹਾਰਾਜ ਜੀ ਕਹਿੰਦੇ ਉਹਦੇ ਘਰ ਦੀ ਸਾਰੀ ਸੰਪਦਾ ਨਾਸ਼ ਹੋ ਜਾਂਦੀ ਹੈ। ਉਹਦੇ ਘਰ ਵਿੱਚ ਦਲਿੱਦਰ ਆ ਜਾਂਦਾ ਹੈ, ਉਹ ਦਾਰਦੀ ਹੋ ਜਾਂਦਾ ਹੈ। ਮਗ ਮੈਂ ਸੈਨ ਰਹਾ ਮੈਂ ਭੋਜ। ਰਸਤੇ ਵਿੱਚ ਨਹੀਂ ਸੌਣਾ। ਮੰਨ ਲਓ ਕੋਈ ਰਾਹ ਹੈ ਨਾ, ਸਫ਼ਰ ਰਸਤੇ ਦੇ ਵਿੱਚ, ਉੱਥੇ ਨਹੀਂ ਪੈਣਾ। ਆ ਰਸਤੇ ਵਿੱਚ ਸੁੱਤੇ ਪਿਆਂ ਕਈਆਂ ਦਾ ਨੁਕਸਾਨ ਹੁੰਦਾ। ਜਦੋਂ ਕੋਈ ਗੱਡੀ ਆਈ, ਟਰੱਕ, ਉਹ ਸੁੱਤੇ ਪਿਆਂ ਤੇ ਚੜ ਜਾਂਦਾ, ਕਿੰਨਾ ਸਮੱਸਿਆ। ਇਸ ਕਰਕੇ ਰਸਤੇ ਵਿੱਚ ਨਹੀਂ ਸੌਣਾ ਕਦੇ ਵੀ ਸਿੱਖ ਨੇ। ਸੌਣਾ ਕਿਤੇ ਆਸੇ ਪਾਸੇ ਇਕਾਂਤ ਵਾਲਾ ਥਾਂ। ਫਿਰ ਰਾਹ ਦੇ ਵਿੱਚ ਟੁਰਦਿਆਂ ਟੁਰਦਿਆਂ ਭੋਜਨ ਨਾ ਛਕੇ, ਬੈਠ ਕੇ ਸਤਿਕਾਰ ਨਾਲ ਭੋਜਨ ਛਕੇ। ਪਰ ਜੇ ਕਿਤੇ ਐਸਾ ਵੀ ਸਮਾਂ ਆ ਜਾਵੇ ਕਿ ਟੁਰਦਿਆਂ ਖਾਣਾ ਪਿਆ, ਤੇ ਫਿਰ ਘੋੜਿਆਂ ਦੀਆਂ ਕਾਠੀਆਂ ਤੇ ਟੁਰਦਿਆਂ ਟੁਰਦਿਆਂ ਸਿੰਘਾਂ ਨੂੰ ਖਾਣਾ ਵੀ ਪੈਂਦਾ ਸੀ। ਤੇ ਜੇ ਸੌਣਾ ਹੋਵੇ ਤੇ ਘੋੜੇ ਦੀ ਕਾਠੀ ਦੇ ਉੱਤੇ ਰਾਹ ਦੇ ਵਿੱਚ ਸੌਣਾ ਵੀ ਪਿਆ। ਉਹ ਆਪਾਤਕਾਲੇ ਸਮੇਂ ਦੇ ਵਿੱਚ, ਜਦੋਂ ਪਤਾ ਵੀ ਹੁਣ ਕੋਈ ਚਾਰਾ ਨਹੀਂ ਹੈ, ਫਿਰ ਤਾਂ ਕਾਰ ਵਿੱਚ ਜਾਂਦਿਆਂ ਰਸਤੇ 'ਚ ਪ੍ਰਸ਼ਾਦਾ ਛਕਣਾ ਪੈਣਾ, ਟ੍ਰੇਨ 'ਚ ਜਾ ਰਹੇ ਹਾਂ ਤਾਂ ਵੀ ਰਸਤੇ 'ਚ ਛਕਣਾ ਪੈਣਾ। ਪਰ ਹਾਂ ਵੀ ਜੇ ਲੋੜ ਨਹੀਂ ਹੈ, ਹਾਲੇ ਆਪਾਂ ਬਿਨਾਂ ਗੱਲ ਤੋਂ ਹੀ ਰਸਤੇ 'ਚ ਉਦਾਂ ਹੀ ਬਾਹਰ ਟੁਰੇ ਟੁਰੇ ਜਾਂਦੇ, ਮੂੰਹ 'ਚ ਪਾਉਂਦੇ, ਉਹ ਫੱਕਾ ਜਿਹਾ ਮਾਰ ਕੇ ਬਿਨਾਂ ਗੱਲ ਤੋਂ ਟੁਰਦੇ ਖਾਂਦੇ ਜਾਈਏ, ਉਹ ਵੀ ਯੋਗ ਨਹੀਂ। ਹਾਂਜੀ। ਮਲ ਮੂਤਰ ਨੇ ਮਗ ਮੈਂ ਰੋਜ। ਕਦੇ ਰਸਤੇ ਦੇ ਵਿੱਚ ਮਲ ਮੂਤਰ ਦਾ ਤਿਆਗ ਨਾ ਕਰਿਆ। ਅੱਜ ਕੱਲ ਤਾਂ ਚਲੋ ਸੁਚਾਲਿਆ ਘਰਾਂ 'ਚ ਬਣ ਗਏ ਸਾਰਾ, ਤਾਂ ਪੁਰਾਣੇ ਵੇਲਿਆਂ ਦੇ ਵਿੱਚ ਸੁਚੇਤਾ ਕਰਨ ਲਈ, ਸਰੀਰ ਦੀ ਕਿਰਿਆ ਕਰਨ ਲਈ ਲੋਕ ਜਦੋਂ ਬਾਹਰ ਜਾਂਦੇ ਤਾਂ ਉਹ ਰਸਤੇ ਦੇ ਨੇੜੇ ਨਹੀਂ ਸਨ ਬੈਠਦੇ। ਪਤਾ ਇੱਥੋਂ ਸਫ਼ਰ ਦੇ ਵਿੱਚ ਲੋਕਾਂ ਨੇ ਆਵਾਜਾਈ ਦੇ ਵਿੱਚੋਂ ਲੰਘਣਾ। ਜਿਹੜਾ ਕੋਈ ਮੂਰਖ ਰਸਤੇ 'ਚ ਬਹਿੰਦਾ ਸੀ, ਲੋਕ ਗਾਲਾਂ ਕੱਢਦੇ ਸੀ ਉਹਨੂੰ। ਜਾਂ ਕੋਈ ਬੈਠਾ ਮਿਲ ਜਾਂਦਾ ਸੀ, ਉਹਦਾ ਕਟਾਪਾ ਚੜਦਾ ਹੁੰਦਾ ਸੀ ਵੀ ਤੂੰ ਰਸਤੇ 'ਚ ਮਲ ਮੂਤਰ ਕਿਉਂ ਤਿਆਗ ਰਿਹਾ। ਇੱਥੋਂ ਲੰਘਣਾ ਹੁੰਦਾ ਸਾਰਿਆਂ ਨੇ ਵੀ ਆਸੇ ਪਾਸੇ ਜਿਹੜਾ ਗੰਦ ਹੈ ਉਹ ਹੋਰ ਜਗ੍ਹਾ ਤੇ ਜਾ ਕੇ ਆਪਣੇ ਸਰੀਰ ਦੀ ਕਿਰਿਆ ਸੋਧ ਲਵੇ। ਰਸਤੇ ਵਿੱਚ ਕਦੇ ਮਲ ਮੂਤਰ ਦਾ ਤਿਆਗ ਨਾ ਕਰੇ, ਜਿੱਥੋਂ ਲੰਘਦੇ ਹੋਣ ਸਾਰੇ। ਕਿਉਂਕਿ ਜਦੋਂ ਉੱਥੋਂ ਕਿਸੇ ਨੇ ਲੰਘਣਾ, ਕਿਸੇ ਨੇ ਰਸਤੇ 'ਚ ਗੰਦ ਪਾਇਆ ਹੋਇਆ, ਜਿਹਨੇ ਲੰਘਣਾ ਉਹਨੇ ਪਹਿਲਾਂ ਗਾਲ ਕੱਢ ਕੇ ਹੀ ਜਾਣਾ, ਕੀੜੇ ਪੈ ਜਾਣ ਫਲਾਣੇ ਦੇ, ਜਿਹਨੇ ਇੱਥੇ ਗੰਦ ਪਾਇਆ। ਨਾਲੇ ਗਾਲ ਕੱਢਣਗੇ, ਨਾਲੇ ਬਦਸ਼ਗਨੀ, ਉਹ ਬਦ ਸੀਸ ਦੇਣਗੇ।
ਇਸ ਕਰਕੇ ਕਦੇ ਵੀ ਸਿਆਣਾ ਵਿਅਕਤੀ ਰਸਤੇ ਦੇ ਵਿੱਚ ਮਲ ਮੂਤਰ ਦਾ ਤਿਆਗ ਨਾ ਕਰੇ। ਗਾਏ ਵਿਪਰ ਕੋ ਪਾਏ ਨ ਛੁਐ। ਲੋਕ ਗਾਵਾਂ ਨੂੰ ਬ੍ਰਾਹਮਣਾਂ ਨੂੰ ਮੱਥਾ ਟੇਕਦੇ, ਮਹਾਰਾਜ ਕਹਿੰਦੇ ਸਿੱਖ ਗਾਂ ਤੇ ਬ੍ਰਾਹਮਣ ਨੂੰ ਕਦੇ ਮੱਥਾ ਨਾ ਟੇਕੇ। ਟੇਕਦੇ ਆ ਜਿਹੜੇ ਟੇਕੀ ਜਾਣ, ਪਰ ਸਿੱਖ ਨੇ ਕਦੇ ਕਿਸੇ ਗਾਂ ਨੂੰ ਜਾਂ ਕਿਸੇ ਬ੍ਰਾਹਮਣ ਨੂੰ ਮੱਥਾ ਨਹੀਂ ਟੇਕਣਾ। ਅੰਨ ਭੁਗਤ ਕੀ ਨਿੰਦ ਨਾ ਪੋਵੈ। ਫਿਰ ਜਿਹੜਾ ਭੋਜਨ ਛਕ ਲਿਆ, ਛਕੇ ਹੋਏ ਭੋਜਨ ਦੀ ਨਿੰਦਾ ਨਾ ਕਰੇ ਵੀ ਬੜਾ ਮਾੜਾ ਸੀ। ਜੇ ਮਾੜਾ ਸੀ ਤਾਂ ਨਾ ਖਾਂਦਾ ਪਹਿਲਾਂ। ਆਮ ਕਰਕੇ ਨਾ ਕਈ ਕਹਿੰਦੇ ਜੀ ਮਸਾਂ ਹੀ ਖਾਦਾ, ਬੜਾ ਮਾੜਾ ਭੋਜਨ, ਬੜੀ ਸਬਜ਼ੀ ਦੇ ਵਿੱਚ ਮਿਰਚ ਪਾਈ ਸੀ ਜੀ, ਪਤਾ ਨਹੀਂ ਜੀ ਕੀ ਬਣਾਇਆ ਸੀ। ਨਾਲੇ ਖਾ ਲਿਆ, ਨਾਲੇ ਉਹਦੀ ਨਿੰਦਾ ਕੀਤੀ। ਖਾਦੇ ਹੋਏ ਭੋਜਨ ਜਦੋਂ ਤੇਰੇ ਅੰਦਰ ਚਲਾ ਗਿਆ, ਫਿਰ ਕਾਹਦੀ ਨਿੰਦਾ ਬਈ? ਜੇ ਤੈਨੂੰ ਸੀਗਾ ਵੀ ਇੱਕ ਅੱਧੀ ਗਰਾਈ ਚੱਕ ਕੇ ਵੀ ਨਹੀਂ ਠੀਕ, ਤੂੰ ਪਹਿਲਾਂ ਹੀ ਤਿਆਗ ਦੇ, ਨਾ ਖਾ। ਖਾਦੇ ਹੋਏ ਭੋਜਨ ਦੀ ਨਿੰਦਾ ਨਹੀਂ ਕਰਨੀ। ਜਦੋਂ ਖਾਦੇ ਹੋਏ ਭੋਜਨ ਦੀ ਨਿੰਦਾ ਕਰਾਂਗੇ, ਉਹ ਭੋਜਨ ਸਰੀਰ ਵਿੱਚ ਜਾ ਕੇ ਨੁਕਸਾਨ ਕਰਦਾ। ਫਿਰ ਜਦੋਂ ਮਨ 'ਚ ਵਹਿਮ ਪੈ ਗਿਆ ਵੀ ਚੰਗਾ ਨਹੀਂ ਸੀ, ਉਹਦੀ ਮਾੜਾ ਸੀ ਜੀ, ਖਾਣਾ ਮਾੜਾ ਸੀ, ਉਹ ਜਦੋਂ ਬੰਦਾ ਵਹਿਮ 'ਚ ਆ ਜਾਂਦਾ ਤੇ ਫਿਰ ਉਹ ਭੋਜਨ ਵੀ ਜਿਹੜਾ ਨਾ ਉਹ ਸਰੀਰ ਲਈ ਨੁਕਸਾਨਦਾਇਕ ਹੋ ਜਾਂਦਾ। ਇਸ ਕਰਕੇ ਖਾਦੇ ਹੋਏ ਭੋਜਨ ਦੀ ਕਦੇ ਨਿੰਦਾ ਨਾ ਕਰੇ। ਰਹੇ ਇਕਾਂਤ ਬੈਠ ਕਰ ਧਿਆਨ। ਇਕਾਂਤ ਵਿੱਚ ਸਿੱਖ ਜ਼ਰੂਰ ਬੈਠੇ, ਰੋਜ਼ ਭਾਵੇਂ ਅੱਧਾ ਘੰਟਾ ਹੀ ਬੈਠੇ ਇਕਾਂਤ ਵਿੱਚ, ਪਰ ਬੈਠ ਕੇ ਆਪਣੇ ਧਿਆਨ ਵਿੱਚ ਮਗਨ ਹੋਵੇ। ਜਿਹਨੂੰ ਕਹਿੰਦੇ ਆ ਨਾ ਅੱਜ ਕੱਲ ਤਾਂ ਡਾਕਟਰ ਵੀ ਕਹਿੰਦੇ ਆ ਵੀ ਮੈਡੀਟੇਸ਼ਨ ਕਰੋ, ਧਿਆਨ ਕਰੋ ਜੇ ਤੁਸੀਂ ਆਪਣੇ ਮਨ ਦਾ ਸਕੂਨ ਚਾਹੁੰਦੇ ਹੋ। ਡਾਕਟਰ ਵੀ ਕਹਿਣ ਲੱਗ ਪਏ ਆ। ਗੁਰੂ ਸਾਹਿਬ ਪਹਿਲਾਂ ਹੀ ਦੱਸ ਰਹੇ ਆ ਕਿ ਭਾਈ ਕੁਝ ਸਮੇਂ ਲਈ ਇਕਾਂਤ ਵਿੱਚ ਬੈਠ ਕੇ ਆਪਣੇ ਨਿਜ ਆਨੰਦ ਵਿੱਚ, ਆਪਣੇ ਧਿਆਨ 'ਚ ਲੀਨ ਹੋਵੋ। ਹਿਰਦੈ ਗਨੇ ਨ ਚਿਤਵਤ ਨਾਨਾ। ਔਰ ਆਪਣੇ ਹਿਰਦੇ 'ਚ ਨਾਨਾ ਪ੍ਰਕਾਰ ਦੀਆਂ ਗਿਣਤੀਆਂ ਨਾ ਗਿਣੇ। ਨਾਨਾ ਪ੍ਰਕਾਰ ਦੀਆਂ, ਨਾਨਾ ਦਾ ਮਤਲਬ ਅਨੇਕ ਪ੍ਰਕਾਰ ਦੀਆਂ ਸੋਚਾਂ ਨਾ ਸੋਚੇ। ਪਾਂਬਰ ਨਾਰੀ ਪਰ ਕੀ ਬੁਰੀ। ਕਹਿੰਦੇ ਭਾਈ ਵੱਧ ਚੱਲਣ ਆਦਮੀ ਤੇ ਪਰਾਈ ਇਸਤਰੀ ਦੋਵੇਂ ਹੀ ਬੁਰੇ ਨੇ। ਵੱਧ ਚੱਲਣ ਆਦਮੀ ਜਿਹਦਾ ਕਿਰਦਾਰ ਡਿੱਗਾ ਹੋਵੇ ਉਹ ਵੀ ਬੁਰਾ, ਪਰਾਈ ਇਸਤਰੀ ਵੀ ਬੁਰੀ, ਇਹਦਾ ਸੰਗ ਨਹੀਂ ਕਰਨਾ। ਰਾਜਦੂਤ ਕੀ ਮੈਤਰੀ ਛੁਰੀ। ਆ ਜਿਹੜੇ ਰਾਜਿਆਂ ਦੇ ਸੂਈਏ ਹੁੰਦੇ ਜਿਹਨਾਂ ਨੂੰ ਮੁਖਬਰ ਕਹਿੰਦੇ ਆ, ਉਹਨਾਂ ਦੀ ਮਿੱਤਰਤਾ ਬੁਰੀ। ਮੁਖਬਰਾਂ ਦੀ ਮਿੱਤਰਤਾ ਨਹੀਂ ਰੱਖਣੀ। ਜਿਹੜੇ ਮੁਖਬਰੀਆਂ ਕਰਦੇ ਆ, ਜਿਹੜੇ ਰਾਜਿਆਂ ਦੇ ਸੂਈਏ ਹੁੰਦੇ ਨੇ, ਉਹਨਾਂ ਦੀ ਮਿੱਤਰਤਾ ਬੁਰੀ ਹੈ। ਉਹ ਕੱਲ ਨੂੰ ਤੁਹਾਡੇ ਘਰ ਦਾ ਹੀ ਭੇਤ ਲਿਜਾ ਕੇ ਦੂਜੇ ਨੂੰ ਤੁਹਾਡੇ ਤੇ ਸક્ષਮ ਕਰਨਗੇ। ਇਸ ਕਰਕੇ ਸੂਈਏ ਜਿਹੜੇ ਹੁੰਦੇ ਆ ਮੁਖਬਰ, ਉਹਨਾਂ ਦੀ ਮਿੱਤਰਤਾ ਬੁਰੀ ਹੈ। ਸਕਲ ਰਾਤ ਜਾਗਤ ਨਹਿ ਰਹੇ। ਬਿਨਾਂ ਕਾਰਨ ਤੋਂ, ਬਿਨਾਂ ਗੱਲ ਤੋਂ ਹੀ ਸਾਰੀ ਰਾਤ ਮੋਬਾਈਲ ਦੇ ਉੱਤੇ ਨਾ ਜਾਗਦਾ ਰਹੇ। ਬਿਨਾਂ ਗੱਲ ਤੋਂ ਹੀ, ਜਿਵੇਂ ਅੱਜ ਕੱਲ ਹੁੰਦਾ ਹੈ, ਉਧਰ ਅੰਮ੍ਰਿਤ ਵੇਲਾ ਹੋਣ ਵਾਲਾ ਹੁੰਦਾ ਹੈ ਤੇ ਇਹਦੀ ਅੱਖ ਲੱਗਣੀ ਸ਼ੁਰੂ ਹੁੰਦੀ ਹੈ। ਉਧਰ ਅੰਮ੍ਰਿਤ ਵੇਲੇ ਦਾ ਸਮਾਂ, ਇੱਧਰ ਇਹਦਾ ਟੀਵੀ ਬੰਦ ਹੁੰਦਾ ਹੈ। ਟੀਵੀ ਤਾਂ ਹੁਣ ਬਹੁਤ ਘੱਟ ਵੇਖਦੇ ਨੇ, ਲੋਕਾਂ ਦੇ ਹੱਥਾਂ ਦੇ ਵਿੱਚ ਹੀ ਟੀਵੀ ਫੜਾ ਦਿੱਤੇ ਆ। ਉਹ ਦਿਮਾਗ ਵਿੱਚ ਵੀ ਵੜ ਗਏ ਆ, ਬੈੱਡ ਤੇ ਪਏ ਹੋਏ। ਉਹ ਅੰਮ੍ਰਿਤ ਵੇਲੇ ਤਾਂ ਹੀ ਉਹੀ ਵੇਖੀ ਜਾਂਦੇ ਆ, ਵਿੱਚ ਉਂਗਲਾਂ ਜੀਆਂ ਮਾਰੀ ਜਾਓ। ਆਦਤ ਹੈ, ਬੜੀ ਬੁਰੀ ਹੈ। ਮੈਂ ਵੀ ਵਿੱਚ ਹੀ ਹਾਂ ਉਹਦੇ, ਬਾਹਰ ਨਹੀਂ ਹਾਂ, ਪਰ ਇਹ ਭੈੜੀਆਂ ਆਦਤਾਂ ਹਨ। ਰਾਤ ਪਹਿਲੇ ਪਹਿਰ ਦੀ ਸੰਭਾਲ ਹੋ ਜੇ ਤੇ ਪਿਛਲਾ ਪਹਿਰ ਸੰਭਾਲਿਆ ਜਾਂਦਾ। ਜੇ ਪਹਿਲਾ ਪਹਿਰ ਤੁਸੀਂ ਨਹੀਂ ਸੰਭਾਲਿਆ ਤੇ ਫਿਰ ਪਿਛਲਾ ਪਹਿਰ ਵੀ ਨਹੀਂ ਸੰਭਾਲ ਹੁੰਦਾ। ਇਸ ਕਰਕੇ ਗੁਰਦੇਵ ਕਹਿੰਦੇ ਸਾਰੀ ਰਾਤ ਨਾ ਜਾਗਦਾ ਰਹੇ। ਸਿਥਲ ਦੂਤ ਅਨਬਿਆਸੀ ਸਿੱਖ। ਮੈਥਨ ਬਹੁਤ ਬਾਰ ਨਹਿੰਗ ਹੈ। ਗ੍ਰਸਤੀ ਹੈ ਤੇ ਇਹਦਾ ਗ੍ਰਸਤ ਸੰਜਮ ਦਾ ਹੋਣਾ ਚਾਹੀਦਾ, ਪਸ਼ੂ ਬਿਰਤੀ ਨਹੀਂ ਹੋਣੀ ਚਾਹੀਦੀ। ਜੇ ਗ੍ਰਸਤੀ ਹੈ ਤਾਂ ਇਹਦਾ ਗ੍ਰਸਤ ਵੀ ਸੰਜਮ ਵਿੱਚ ਹੋਣਾ ਚਾਹੀਦਾ, ਜਾਨਵਰਾਂ ਤੇ ਪਸ਼ੂਆਂ ਵਾਲੀ ਬਿਰਤੀ ਨਾ ਹੋਵੇ। ਫਿਰ ਸਿਥਲ ਦੂਤ, ਸਿਥਲ ਦੂਤ ਮਤਲਬ ਹੁੰਦਾ ਆਲਸੀ ਦੂਤ ਹੋਵੇ, ਦਲਿਦਰੀ, ਉਹ ਵੀ ਚੰਗਾ ਨਹੀਂ। ਤੇ ਜਿਹੜਾ ਅਨਅਭਿਆਸੀ ਸਿੱਖ ਹੈ, ਅਭਿਆਸ ਨਹੀਂ ਕਰਦਾ ਗੁਰਸ਼ਬਦ ਦਾ, ਗੁਰਸ਼ਬਦ ਦੀ ਕਮਾਈ ਨਹੀਂ ਕਰਦਾ, ਉਹ ਵੀ ਮਾੜਾ ਹੈ। ਸਿੱਖ ਤਾਂ ਅਭਿਆਸੀ ਹੋਣਾ ਚਾਹੀਦਾ। ਅਨਅਭਿਆਸੀ ਸਿੱਖ ਕਾਹਦਾ ਹੋਇਆ? ਜਿਹੜਾ ਆਖੇ ਜੀ ਮੇਰੇ ਕੋਲੋਂ ਤਾਂ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ ਜੀ, ਬਹਿ ਨਹੀਂ ਹੁੰਦਾ।
ਸਿੱਖ ਦਾ ਅਭਿਆਸ ਤਾਂ ਹੋਵੇ, ਘੱਟੋ ਘੱਟ ਘੰਟਾ 2 ਘੰਟੇ ਤਾਂ ਚੌਂਕੜਾ ਮਾਰ ਲਵੇ, ਬਾਣੀ ਪੜ੍ਹ ਲਵੇ, ਭਜਨ ਕਰ ਲਵੇ। ਤੇ ਜਿਹੜਾ ਕਹੇ ਜੀ ਮੇਰੇ ਕੋਲ ਹੁੰਦਾ ਨਹੀਂ ਅਭਿਆਸ, ਫਿਰ ਉਹ ਕਾਹਦਾ ਸਿੱਖ? ਸਿੱਖ ਅਨਅਭਿਆਸੀ ਨਹੀਂ ਹੋਣਾ ਚਾਹੀਦਾ। ਕਾਚਾ ਸੂਕਾ ਤਿਆਗੇ ਆਮਿਕ, ਕੱਚਾ ਤੇ ਸੁੱਕਾ ਇਹ ਮਾਸ ਤਿਆਗ ਦੇਵੇ। ਪਰ ਕੀ ਰਮਤੀ ਨਾਰੀ ਛੋਰ, ਜਿਹੜੀ ਵਿਭਚਾਰਣੀ ਔਰਤ ਹੋਵੇ ਉਹਦਾ ਤਿਆਗ ਕਰਨਾ। ਪਰ ਨਾਰੀ, ਪਾਤਸ਼ਾਹ ਕਹਿੰਦੇ ਪਰ ਨਾਰੀ ਕੇ ਭਜੇ, ਪਰਾਈ ਇਸਤਰੀ ਦੇ ਭਜਨ ਦੁਆਰਾ ਇੰਦਰ ਦੇ ਸਰੀਰ ਦੇ ਉੱਤੇ ਹਜ਼ਾਰਾਂ ਚਿੰਨ੍ਹ ਹੋਏ ਭਗ ਦੇ। ਪਰ ਨਾਰੀ ਦੇ ਭਜਨ ਕਰਕੇ ਬ੍ਰਹਮਾ ਨੂੰ ਵੀ ਕਲੰਕਤ ਹੋਣਾ ਪਿਆ। ਪਰ ਨਾਰੀ ਦੇ ਭਜਨ ਕਰਕੇ ਰਾਵਣ ਨੂੰ 10 ਸਿਰ ਕਟਾਉਣੇ ਪਏ। ਕਿੱਡਾ ਵੱਡਾ ਵਿਦਵਾਨ ਸੀ। ਇਸ ਕਰਕੇ ਭਾਈ ਪਰ ਕੀ ਰਮਤੀ ਨਾਰੀ ਛੋਰੋ ਦਾ ਤਿਆਗ ਕਰੇ। ਜੇ ਆਪਣੀ ਇੰਦਰੀ ਹੈ ਠੌਰ, ਆਪ ਸੱਤ ਵਿੱਚ ਹੈ ਤੇ ਭਾਈ ਫਿਰ ਪਰ ਨਾਰੀ ਦਾ ਤਿਆਗ ਕਰਕੇ ਰੱਖੇ। ਦੰਭ ਨਾਸਤਕੀ ਮਤ ਸਰ ਤਜੇ, ਪਖੰਡ ਛੱਡੇ। ਦੰਭ ਕਹਿੰਦੇ ਨੇ ਪਖੰਡ ਨੂੰ। ਸਿੱਖ ਪਖੰਡੀ ਨਹੀਂ ਹੈ, ਸਿੱਖ ਪਖੰਡ ਦਾ ਤਿਆਗ ਕਰਦਾ ਹੈ। ਨਾਸਤਕੀ ਦਾ ਨਾਸਤਕ ਬਿਰਤੀ ਨਹੀਂ ਰੱਖਣੀ ਸਿੱਖ ਨੇ ਕਦੇ। ਹਮੇਸ਼ਾ ਆਸਥਾਵਾਨ ਹੀ ਰਹਿਣਾ, ਜਿਹਨੂੰ ਕਹਿੰਦੇ ਨਾ ਪੋਜ਼ਿਟਿਵ ਰਹਿਣਾ। ਪੋਜ਼ਿਟਿਵ ਹਮੇਸ਼ਾ ਆਸਥਾਵਾਨ ਰਹਿਣਾ। ਸਿੱਖ ਨੇ ਕਦੇ ਨਾਸਤਕਤਾਈ ਦੇ ਬਚਨ ਨਹੀਂ ਕਰਨੇ ਤੇ ਨਾ ਹੀ ਸੁਣਨੇ ਨੇ। ਜਿਹੜਾ ਨਾਸਤਕਾਂ ਵਾਲੇ ਬਚਨ ਕਰੇ ਉਹਦੇ ਸੁਣਨੇ ਹੀ ਨਹੀਂ ਬਚਨ। ਸੁਣੋ ਹੀ ਨਾ ਉਹਦੇ ਬਚਨ। ਬਚਨ ਕਾਹਦੇ? ਉਹਦਾ ਤਾਂ ਬਕਵਾਸ ਸੀਗਾ, ਸੁਣੋ ਹੀ ਨਾ ਉਹਦਾ ਬਕਵਾਸ। ਇਸ ਕਰਕੇ ਸਿੱਖ ਮਤਸਰ ਤਜੇ, ਫਿਰ ਈਰਖਾ ਦਾ ਤਿਆਗ ਰੱਖੇ ਹਿਰਦੇ ਵਿੱਚੋਂ। ਸਿੱਖ ਹਿਰਦੇ ਵਿੱਚ ਈਰਖਾ ਨਾ ਕਰੇ ਕਿਸੇ ਪ੍ਰਤੀ। ਅਸੁਆ ਨਿੰਦਾ ਚਿੰਤ ਨਾ ਭਜੇ, ਫਿਰ ਈਰਖਾ ਨੂੰ ਤਿਆਗੇ। ਕਿਸੇ 'ਚ ਦੂਸ਼ਣ ਆਰੋਪਣੇ, ਬਿਨਾਂ ਗੱਲ ਤੋਂ ਹੀ ਦੂਸ਼ਣ ਆਰੋਪਣੇ, ਇਹ ਸਿੱਖ ਦੀ ਬਿਰਤੀ ਨਹੀਂ ਹੈ। ਇਹਦਾ ਤਿਆਗ ਕਰੇ। ਚਿੰਤ ਨਾ ਭਜੇ, ਚਿੰਤਾ ਨਾ ਕਰੇ ਤੇ ਨਾ ਹੀ ਕਿਸੇ ਦੀ ਨਿੰਦਾ ਕਰੇ। ਨਾ ਨਿੰਦਾ ਕਰੇ ਤੇ ਨਾ ਹੀ ਚਿੰਤਾ ਕਰੇ। ਖਗ ਤਰਵਰ ਜਗ ਬਾਸ ਨਿਹਾਰੈ, ਸੰਸਾਰ ਵਿੱਚ ਆਪਣਾ ਵਾਸਾ ਇਸ ਤਰ੍ਹਾਂ ਜਾਣੇ ਜਿਵੇਂ ਪੰਛੀ ਦਰਖਤ ਤੇ ਰਹਿੰਦਾ ਨਾ, ਉਹ ਪੱਕਾ ਤਾਂ ਨਹੀਂ ਬਸਦਾ ਉੱਥੇ। ਰਾਤ ਕੱਟਦਾ, ਅਗਲੇ ਦਿਨ ਟੁਰ ਪੈਂਦਾ ਉੱਥੋਂ। ਜਿਵੇਂ ਪੰਛੀ ਦਰਖਤ ਤੇ ਰਹਿੰਦਾ, ਸਿੱਖ ਬਿਹੰਗਮਾਂ ਦੀ ਨਿਆਈ ਸੰਸਾਰ 'ਚ ਰਹੇ। ਬਿਹੰਗਮ ਪੰਛੀ ਬਣ ਕੇ ਪਕੜ ਨਹੀਂ ਰੱਖਣੀ ਕਿਸੇ ਵਸਤੂ ਨਾਲ, ਕਿਸੇ ਪਦਾਰਥ ਨਾਲ ਪਕੜ ਨਹੀਂ ਰੱਖਣੀ। ਜਗਤ ਵਿੱਚ ਇਸ ਤਰ੍ਹਾਂ ਵਾਸਾ ਜਾਣੇ ਆਪਣਾ ਜੈਸੇ ਤਰਵਰ ਪੰਖ ਬਸੇਰੋ। ਮਹਾਰਾਜ ਜੀ ਦੇ ਬਚਨ ਨੇ ਗੁਰਬਾਣੀ ਦੇ ਕਿ ਜਿਵੇਂ ਪੰਛੀ ਦਰਖਤ ਤੇ ਵਸਦਾ, ਏਦਾਂ ਸੰਸਾਰ 'ਚ ਵਾਸਾ ਜਾਣੇ ਕਿ ਮੈਂ ਇਸ ਸੰਸਾਰ ਵਿੱਚ ਸਦਾ ਨਹੀਂ ਰਹਿਣਾ। ਰੈਨ ਦਿਨਾ ਨਿਜ ਤਤਵ ਵਿਚਾਰੈ, ਰਾਤ ਦਿਨ ਆਪਣੇ ਨਿਜ ਤਤ ਦੀ ਵਿਚਾਰ ਕਰੇ। ਨਿਜ ਤਤਵ ਮੇਰਾ ਸਵਰੂਪ ਕੀ ਹੈ, ਇਹਦੀ ਵਿਚਾਰ ਕਰੇ। ਹੀਐ ਵਿਰਾਗ ਲਖ ਜਗ ਤੇ ਅਸਾਰਾ, ਹਿਰਦੇ ਵਿੱਚ ਵਿਰਾਗ ਰੱਖੇ ਔਰ ਇਸ ਜਗਤ ਨੂੰ ਅਸਾਰ ਕਰਕੇ ਜਾਣੇ ਵੀ ਇਹ ਨਾਸ਼ਵਾਨ ਹੈ, ਸੰਸਾਰ ਨਸ਼ਵਰ ਹੈ। ਏਦਾਂ ਜਾਣ ਕੇ ਆਪਣੇ ਹਿਰਦੇ 'ਚ ਵਿਰਾਗ ਰੱਖੇ। ਦੇਹ ਪ੍ਰਾਣ ਗੁਣ ਆਤਮ ਨਿਆਰਾ, ਇਹ ਜਾਣੇ ਕਿ ਇਸ ਦੇਹ ਪ੍ਰਾਣ ਤੋਂ ਮੇਰੀ ਜਿਹੜੀ ਆਤਮਾ ਹੈ ਉਹ ਨਿਆਰੀ ਹੈ, ਵੱਖਰੀ ਹੈ। ਦੇਹ ਪ੍ਰਾਣ ਤੇ ਆਤਮਾ ਨੂੰ ਤਿੰਨਾਂ ਗੁਣਾਂ ਤੋਂ ਨਿਆਰਾ ਕਰਕੇ ਜਾਣੇ। ਸੁਨ ਕਰ ਸ਼ਾਸਤਰਨ ਗਰਭ ਗਵਾਵੇ, ਸ਼ਾਸਤਰਾਂ ਦੀ ਕਥਾ ਸੁਣ ਕੇ, ਧਰਮ ਗ੍ਰੰਥਾਂ ਦੀ ਕਥਾ ਸੁਣ ਕੇ ਆਪਣਾ ਹੰਕਾਰ ਦੂਰ ਕਰੇ। ਜੇ ਧਰਮ ਗ੍ਰੰਥ ਪੜ੍ਹੇ ਨੇ, ਪੜ੍ਹ ਕੇ ਹੰਕਾਰ ਦੂਰ ਕਰੇ। ਜੇ ਧਰਮ ਗ੍ਰੰਥ ਪੜ੍ਹ ਕੇ ਮਨ 'ਚ ਹੈਂਕੜ ਚੁੱਕੀ ਫਿਰੇ, ਮੈਂ ਫਲਾਣਾ ਗ੍ਰੰਥ ਵੀ ਪੜ੍ਹਿਆ, ਮੈਂ ਫਲਾਣੀ ਪੁਸਤਕ ਵੀ ਪੜ੍ਹੀ ਹੈ, ਤੋ ਪੜ੍ਹ ਕੇ ਹੰਕਾਰ ਚੁੱਕੀ ਫਿਰੇ, ਕੋਈ ਉਹਦਾ ਲਾਭ ਨਹੀਂ। ਫਿਰ ਪੜ੍ਹਨ ਦੀ ਬਜਾਏ ਗਲਿਆ ਹੈ, ਪੜ੍ਹਿਆ ਨਹੀਂ ਗਲਿਆ।
ਤੇ ਜੇ ਪੜ ਕੇ ਹੰਕਾਰ ਤਿਆਗੇ ਫਿਰ ਉਸ ਪੜੇ ਦਾ ਲਾਭ ਹੈ। ਕਾਹੂ ਵਸਤ ਸੁਨਿਓ ਨ ਲਾਵੇ, ਕਿਸੇ ਵਸਤੂ ਨਾਲ ਸदैव ਨੇ ਨਾ ਲਾਵੇ। ਧੀਰਜ ਸਿਉ ਵਿਵਹਾਰ ਕਟਾਵੇ, ਸਹਿਜੇ ਸਹਿਜੇ ਜਿਵੇਂ ਜਿਵੇਂ ਜ਼ਿੰਦਗੀ ਬੀਤੇ, ਜਵਾਨੀ ਤੋਂ ਬਾਅਦ ਜਦੋਂ ਬੁਢੇਪੇ ਵੱਲ ਜਾਣ ਲੱਗੇ ਫਿਰ ਆਪਣੇ ਆਪ ਨੂੰ ਸੰਕੋਚਣਾ ਸ਼ੁਰੂ ਕਰ ਦੇਵੇ, ਸਮੇਟਣਾ। ਇਹ ਨਹੀਂ ਵੀ ਖਲਾਰਾ ਖਲਾਰੀ ਜਾਵੇ ਹੋਰ ਅੱਗੇ ਹੋਰ ਅੱਗੇ। ਫਿਰ ਪਤਾ ਵੀ ਹੁਣ ਮੇਰੇ ਦਿਨ ਪੁੱਗ ਰਹੇ ਨੇ, ਮੈਂ ਆਪਣਾ ਜੀਵਨ ਸਵਾਰਾਂ। ਫਿਰ ਸਹਿਜੇ ਸਹਿਜੇ ਜਿਹੜਾ ਖਲਾਰਾ ਪਹਿਲਾਂ ਖਲਾਰਿਆ ਸੀ ਉਹਨੂੰ ਸਮੇਟਣਾ ਸ਼ੁਰੂ ਕਰੇ। ਹਾਂਜੀ, ਸਹਿਜ ਸਹਿਜ ਸਭ ਸੋ ਛੁਟਕਾਵੇ, ਜਿਸ ਦਿਨ ਪ੍ਰਾਣ ਤਿਆਗੇ ਉਸ ਦਿਨ ਇਹਦੇ ਕੋਲੋਂ ਸਭ ਕੁਝ ਛੁੱਟਿਆ ਹੋਵੇ। ਕਿਸੇ ਚੀਜ਼ ਦੀ ਇਹਦੇ ਅੰਦਰ ਉਸ ਵੇਲੇ ਮਮਤਾ ਜਾਂ ਪਕੜ ਨਾ ਹੋਵੇ। ਦੀਸੇ ਕੁੱਦੀ ਸੁਮਤ ਕਾ ਬੋਧਕ, ਜੇ ਕੋਈ ਖੋਟੀ ਮੱਤ ਵਾਲਾ ਦਿਸੇ ਤਾਂ ਉਹਨੂੰ ਸੁਮਤ ਦੇਵੇ। ਕਿਸੇ ਕੋਲ ਭੈੜੀ ਮੱਤ ਹੈ ਤਾਂ ਉਹਨੂੰ ਸੁਮਤ ਦੇਵੇ, ਕਿ ਜੇ ਉਹ ਲੈਣ ਦਾ ਇੱਛੁਕ ਹੋਵੇ ਤਾਂ ਉਹਨੂੰ ਚੰਗੀ ਮੱਤ ਦੇਵੇ। ਪ੍ਰਾਣ ਅਪਾਨ ਕੀ ਗਤ ਕਾ ਸੋਧਕ, ਸਾਡੇ ਸਰੀਰ 'ਚ 5 ਪ੍ਰਕਾਰ ਦੇ ਪ੍ਰਾਣ ਹੁੰਦੇ ਆ, ਪਾਨ, ਸਮਾਨ, ਵਿਦਿਆਨ, ਅਪਾਨ। ਤੋ ਇਹ 5 ਪ੍ਰਾਣ ਜਿਹੜੇ ਨੇ ਸਰੀਰ ਵਿੱਚ 5 ਥਾਵਾਂ ਤੇ ਵੱਖੋ ਵੱਖਰੇ ਥਾਵਾਂ ਤੇ ਵਸਦੇ। ਜਿਹੜਾ ਅਪਾਨ ਵਾਯੂ ਹੈ ਇਹਦਾ ਨਿਵਾਸ ਗੋਦਾ 'ਚ ਹੁੰਦਾ ਹੈ, ਗੋਦਾ ਵਿੱਚ। ਉੱਥੋਂ ਪ੍ਰਾਣ ਉੱਪਰ ਨੂੰ ਜਦੋਂ ਉੱਠਦੇ ਹੈ ਤੇ ਉਸ ਪ੍ਰਾਣਾਂ ਨੂੰ ਉੱਪਰ ਨੂੰ ਉਠਾਉਣ ਤੋਂ ਬਾਅਦ 6 ਚੱਕਰਾਂ ਨੂੰ ਵਿੰਨਿਆ ਜਾਂਦਾ ਹੈ। ਮਹਾਰਾਜ ਮੈਨੂੰ ਨਹੀਂ ਪਤਾ ਕਿ ਉਹ ਅਪਾਨ ਵਾਯੂ ਨੂੰ ਮੈਂ ਕਿਵੇਂ ਸਿੱਧ ਕਰਨਾ, ਤੁਸੀਂ ਆਪ ਰੱਖਿਅਕ ਬਣੋ। ਮੈਂ ਆਗਿਆ ਚੱਕਰ ਨੂੰ ਵਿਸੁੱਧ ਕੇ ਆਪ ਜੀ ਦੇ ਉਸ 10ਵੇਂ ਦੁਆਰੇ ਅਗਮ ਅਪਾਰੇ ਦੇ ਵਿੱਚ ਅਭੇਦਤਾ ਪ੍ਰਾਪਤ ਕਰ ਸਕਾਂ, ਏਦਾਂ ਬੇਨਤੀ ਕਰੇ। ਬੜੀ ਬੇਰ ਭੋਜਨ ਨੈ ਖਾਏ, ਜ਼ਿਆਦਾ ਵਾਰ ਨਾ ਭੋਜਨ ਛਕੇ, ਜਦੋਂ ਜ਼ਰੂਰਤ ਉਦੋਂ ਛਕ ਲੈ। ਨਹੀਂ ਵੀ ਸਾਰਾ ਦਿਨ ਹੀ ਉਹ ਚਰੀ ਜਾਵੇ ਜਾਨਵਰਾਂ ਵਾਂਗੂ, ਸਾਰਾ ਦਿਨ ਨਹੀਂ ਨਾ ਖਾਈ ਜਾਵੇ। ਹਾਂਜੀ, ਮਾਨ ਵਡਾਈ ਆਪਨ ਨ ਗਾਏ, ਆਪਣੀ ਵਡਿਆਈ ਕਦੇ ਨਾ ਕਹੇ, ਆਪਣਾ ਮਾਣ ਨਾ ਲੋਕਾਂ ਨੂੰ ਦੱਸੇ, ਮੈਂ ਇੰਜ ਕੀਤਾ, ਮੈਂ ਉਹ ਕੀਤਾ, ਮੇਰੇ ਬਿਨਾਂ ਨਹੀਂ ਸੀ ਆ ਕੰਮ ਹੁੰਦਾ। ਇਹ ਸਿੱਖ ਨਾ ਕਹੇ ਕਦੇ। ਆਪਣੀ ਮਾਣ ਆਪਣੀ ਵਡਿਆਈ ਕਦੇ ਨਾ ਗਾਵੇ। ਕੋ ਸਤ ਕੋ ਭੋਜ ਸਭ ਨਾਰੀ ਸ਼ੋਭਾ, ਝੂਠ ਦੀ ਸ਼ੋਭਾ ਨਾ ਕਰੇ, ਮਾੜੇ ਭੋਜਨ ਦੀ ਸ਼ੋਭਾ ਨਾ ਕਰੇ, ਆਪਣੇ ਪਰਿਵਾਰ ਦੀ ਸ਼ੋਭਾ ਨਾ ਕਰੇ। ਇਨਕੋ ਤਜੇ ਨ ਧਰ ਉਰ ਲੋਭਾ, ਔਰ ਇਨਕੋ ਇਹ ਜਿਹੜੀ ਸ਼ੋਭਾ ਖੋਟੀ ਇਹਦਾ ਤਿਆਗ ਕੇ ਆਪਣੇ ਹਿਰਦੇ ਚੋਂ ਲੋਭ ਦਾ ਤਿਆਗ ਰੱਖੇ। ਖਲ ਕੀ ਮਲ ਕੀ ਨਟਕੀ ਪੰਗਤ, ਕਹਿੰਦੇ ਮੂਰਖ ਦੀ ਮੈਲੇ ਕੁਚੈਲੇ, ਯਾਨੀ ਕਿ ਜਿਹੜੇ ਪਾਪਾਂ ਦੀ ਮੈਲ ਨਾਲ ਮਲਨ ਨੇ, ਜਾਂ ਜਿਹੜੇ ਦੰਭੀ ਪਖੰਡੀ ਨਾਟਕੀ ਨੇ, ਉਹਨਾਂ ਦੀ ਸੰਗਤ ਕਦੇ ਨਾ ਕਰੇ। ਪੁੱਤਰ ਪੜਾਵੇ ਸਾਧੂ ਸੰਗਤ, ਆਪਣੇ ਪੁੱਤਰ ਨੂੰ ਸਾਧੂਆਂ ਦੀ ਸੰਗਤ ਵਿੱਚ ਪੜਾਵੇ। ਆਪਣੇ ਬੱਚੇ ਨੂੰ ਸਾਧੂਆਂ ਦੀ ਸੰਗਤ ਵਿੱਚ ਪੜਾਉਣ ਦਾ ਮਤਲਬ ਹੈ ਵੀ ਉਹਨਾਂ ਨੂੰ ਚੰਗੀ ਵਿੱਦਿਆ ਦੇਵੇ। ਦੇਵ ਭਵਨ ਮੈਂ ਚਿਰ ਨਹਿ ਰਹੇ, ਦੇਵ ਭਵਨ ਘਰਾਂ ਦੇ ਵਿੱਚ ਜਿਵੇਂ ਕਈਆਂ ਨੇ ਪੂਜਾ ਰੂਮ ਬਣਾਏ ਹੁੰਦੇ ਆ, ਉੱਥੇ ਬਹੁਤ ਜ਼ਿਆਦਾ ਸਮਾਂ ਨਾ ਰਹੇ। ਹੁਣ ਤੁਸੀਂ ਕਹੋ ਵੀ ਬਹੁਤ ਜ਼ਿਆਦਾ ਸਮਾਂ ਨਾ ਰਹੇ ਦਾ ਤਾਂ ਮਤਲਬ ਹੈ ਵੀ ਮਹਾਰਾਜ ਜੀ ਕਹਿ ਰਹੇ ਨੇ ਵੀ ਭਜਨ ਨਾ ਕਰੋ। ਜਿੰਨਾ ਚਿਰ ਭਜਨ ਕਰਨਾ ਉਹਨਾਂ ਚਿਰ ਰਹੋ ਉੱਥੇ, ਜਿੰਨਾ ਚਿਰ ਬਾਣੀ ਪੜ੍ਹਨੀ ਹੈ। ਇਹ ਨਹੀਂ ਮੁੜ ਕੇ ਬਾਣੀ ਪੜ੍ਹ ਕੇ ਮੋਬਾਈਲ ਖੋਲ ਲਿਆ, ਉੱਥੇ ਹੀ ਬੈਠਿਆਂ ਫਿਰ ਲੱਤਾਂ ਜੀਆਂ ਪਸਾਰ ਕੇ ਫਿਰ ਮੋਬਾਈਲ ਤੇ 4-4 ਘੰਟੇ ਉੱਥੇ ਵੇਖੀ ਗਏ। ਕੀ ਹੈ ਇਹ? ਯੋਗ ਨਹੀਂ ਨਾ ਹੈ। ਜੇ ਪਾਠ ਕਰਨਾ, ਮੰਨ ਲਓ ਭਜਨ ਕਰਨਾ, ਤਾਂ ਉਸ ਪੂਜਾ ਵਾਲੇ ਸਥਾਨ ਤੇ ਜਿੰਨਾ ਚਿਰ ਭਜਨ ਕਰਨਾ ਉਹਨਾਂ ਚਿਰ। ਜਦੋਂ ਭਜਨ ਨੂੰ ਵੇਖੋ ਵੀ ਮਨ ਉਪਰਾਮ ਹੁੰਦਾ, ਨਹੀਂ ਬੈਠਿਆ ਜਾਂਦਾ, ਫਿਰ ਉਦਾਂ ਹੀ ਨਾ ਉੱਥੇ ਪਾਸੇ ਮਾਰੀ ਜਾਵੇ, ਜਾਂ ਕਦੇ ਸੌਂ ਜੇ ਜਾਂ ਲੰਮਾ ਪੈ ਜਾਏ, ਉੱਥੋਂ ਫਿਰ ਉੱਠ ਕੇ ਬਾਹਰ ਚਲਾ ਜਾਏ। ਹਾਂਜੀ, ਕਰਨੀ ਭੇਦ ਨ ਕੈਸੋ ਕਹੇ, ਆਪਣੀ ਕਰਨੀ ਦਾ ਭੇਦ ਨਾ ਕਿਸੇ ਨੂੰ ਦੱਸੇ। ਯਾਨੀ ਕਿ ਜਿਹੜੀ ਭਜਨ ਬੰਦਗੀ ਤੁਸੀਂ ਕਰਦੇ ਹੋ, ਕਿੰਨਾ ਨਿਤਨੇਮ, ਕਈ ਤਾਂ ਦੂਜਿਆਂ ਨੂੰ ਪੁੱਛੀ ਜਾਂਦੇ ਹੋ ਕਿੰਨਾ ਨਿਤਨੇਮ ਕਰਦਾ ਹੁੰਨਾ ਬਈ। ਉਹ ਅਗਲਾ ਜੇ ਕਹੇ ਭਾਈ ਜਿੰਨਾ ਸਾਹਿਬ ਕਰਾ ਲੈਂਦਾ, ਨਾ ਨਾ ਦੱਸ ਕਿੰਨਾ ਕਰਨਾ ਹੁੰਦਾ ਨਿਤਨੇਮ। ਉਹ ਦੱਸਣ ਦਾ ਪੁੱਛਣ ਦਾ ਮਤਲਬ ਹੁੰਦਾ ਵੀ ਮੈਂ ਤੇਰੇ ਤੋਂ ਵੱਧ ਕਰਦਾ।
ਤੂੰ ਕਰਦਾ ਉਹ ਤੈਨੂੰ ਲਾਭ ਹੋਣਾ। ਹਾਂ ਇੰਨਾ ਤੂੰ ਕਹਿ ਸਕਦਾ, ਹਾਂ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜਿਆ ਕਰੋ, ਇਹ ਤਾਂ ਹੋਈ ਗੱਲ। ਪੁੱਛਣਾ ਅਗਲੇ ਨੂੰ ਕਿੰਨਾ ਨਿਤਨੇਮ ਹੈ ਤੇਰਾ ਬਈ, ਵੀ ਤੂੰ ਪੰਜਾਂ ਪਿਆਰਿਆਂ 'ਚ ਲੱਗਾ ਉੱਥੇ ਖੜਾ, ਵੀ ਪੰਜਾਂ ਵਿੱਚ ਤੂੰ ਪੁੱਛਦਾ ਅਗਲੇ ਕੋਲੋਂ। ਇਹ ਹੁਕਮ, ਇਹ ਪੁੱਛਣਾ ਹੱਕ ਕੇਵਲ ਪੰਜ ਪਿਆਰਿਆਂ ਦਾ। ਜਦੋਂ ਖੰਡੇ ਦੀ ਪੋਲ ਛਕਣ ਵੇਲੇ ਕੋਈ ਹਾਜ, ਉਹ ਪੁੱਛਣ, ਉਹ ਸੋਧ, ਜਦੋਂ ਸੋਧ ਕਰਦੇ ਆ, ਸੁਧਾਈ ਕਰਦੇ ਆ, ਉਹ ਪੁੱਛ ਲੈਣ, ਕਿਸੇ ਇਕੱਲੇ ਨੂੰ ਨਹੀਂ ਹੱਕ। ਤੇ ਆਪਣਾ ਜਿਹੜਾ ਭਜਨ ਕੀਤਾ ਹੋਇਆ ਉਹ ਦੱਸੇ ਨਾ ਕਿਸੇ ਨੂੰ, ਵੀ ਮੈਂ ਕਿੰਨਾ ਕੁ ਨਿਤਨੇਮ ਕਰਦਾ ਹਾਂ, ਮੈਂ ਕਿੰਨੀ ਕੁ ਬਾਣੀ ਪੜ੍ਹਦਾ ਹਾਂ। ਜਿੰਨੀ ਪੜ੍ਹਦੇ ਆ ਉਹ ਸਾਡੇ ਅੰਦਰ ਰਹਿਣੀ ਹੈ। ਦੱਸ ਕੇ, ਜਿਵੇਂ ਕਹਿੰਦੇ ਜਿਹੜਾ ਬੀਜ ਜ਼ਮੀਨ ਦੇ ਵਿੱਚ ਹੋਵੇ ਉਹੀ ਉੱਗਦਾ ਹੈ, ਉੱਤੇ ਪਿਆ ਤੇ ਸੜ ਜਾਂਦਾ, ਜਾਂ ਫਿਰ ਪੰਛੀ ਲੈ ਜਾਂਦੇ ਆ ਚੁਗ ਕੇ। ਜਿਹੜਾ ਭਜਨ ਤੁਸੀਂ ਗੁਪਤ ਰੱਖਣਾ ਉਹੀ ਫਲਣਾ ਤੁਹਾਡੇ ਅੰਦਰ। ਜਿਹੜਾ ਵਿਖਾਵਾ ਕਰਕੇ ਲੋਕਾਂ ਨੂੰ ਦੱਸ ਦਿੱਤਾ ਉਹ ਤਾਂ ਫਿਰ ਜਾਂਦਾ ਰਹਿਣਾ। ਹਾਂਜੀ, ਸਮਤਾ ਨਿਤ ਸਭਨ ਕੋ ਹੀਰੈ, ਸਾਰਿਆਂ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਵੇਖਣ ਦਾ ਯਤਨ ਕਰੇ। ਨਿਆਏ ਸਮੇਂ ਕੁਛ ਪਛ ਨਾ ਟੇਰੈ, ਜਦੋਂ ਤੁਹਾਡੇ ਕੋਲ ਕਿਸੇ ਦਾ ਇਨਸਾਫ ਆਇਆ ਉਦੋਂ ਪੱਖਵਾਦ ਨਾ ਕਰੇ। ਜੇ ਤੁਸੀਂ ਕਿਸੇ ਦਾ ਇਨਸਾਫ ਕਰਨ ਬਹਿ ਜਾਓ ਕਿਸੇ ਪੰਚਾਇਤ ਵਿੱਚ, ਤੇ ਇਹ ਨਾ ਵੇਖੇ ਵੀ ਇਹ ਮੇਰਾ, ਹੁਣ ਇਹਦੇ ਪੱਖ ਦੀ ਗੱਲ ਕਰਾਂ, ਤੇ ਉਦੋਂ ਨਿਰਪੱਖ ਹੋ ਕੇ ਜੋ ਸਹੀ ਆ ਉਹ ਫੈਸਲਾ ਕਰੇ। ਹਾਂਜੀ, ਭੋਗਨ ਕੀ ਕੀਰਤ ਨੈ ਕੀਜੈ, ਜਿਹੜੇ ਭੋਗ ਨੇ ਸੰਸਾਰ ਦੇ ਉਹਨਾਂ ਦੀ ਸੋਭਾ ਨਾ ਕਰੇ, ਭੋਗਾਂ ਦੀ ਵਡਿਆਈ ਨਾ ਕਰੇ। ਖਾਨ ਪਾਨ ਮੈਂ ਥਿਤ ਮਨ ਪੀਜੈ, ਖਾਣ ਪੀਣ ਵਿੱਚ ਹੀ ਮਨ ਨੂੰ ਹਮੇਸ਼ਾ ਨਾ ਟਿਕਾਈ ਰੱਖੇ, ਕਦੇ ਰੱਬ 'ਚ ਵੀ ਟਿਕਾਵੇ ਇਸ ਮਨ ਨੂੰ। ਸੂਦਾ ਹਾਰ ਬਿਹਾਰ ਜੋ ਸੂਦਾ, ਹਾਂ ਕਹਿੰਦੇ ਆਹਾਰ ਸ਼ੁੱਧ ਕਰੇ ਤੇ ਵਿਹਾਰ ਵੀ ਸ਼ੁੱਧ ਰੱਖੇ। ਪਰ ਇੱਥੇ ਖਾਂਦੇ ਸ਼ੁੱਧ ਨੇ, ਖਾਣਾ ਚੰਗਾ ਤੇ ਬੋਲਣਾ ਮਾੜਾ, ਇਹ ਬਿਰਤੀ ਹੈ ਲੋਕਾਂ ਦੀ। ਮਹਾਰਾਜ ਕਹਿੰਦੇ ਆਹਾਰ ਵੀ ਸ਼ੁੱਧ ਤੇ ਵਿਵਹਾਰ ਵੀ ਸ਼ੁੱਧ ਰੱਖੋ। ਕਰਤ ਰਾਏ ਸਿੱਖ ਘਰ ਤਨ ਰੂਦਾ, ਔਰ ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਰੁੱਧਿਆ ਰਹੇ ਸਿੱਖ, ਉਹਦੇ ਘਰ ਦੇ ਵਿੱਚ ਸਾਰੇ ਧਨ ਸੰਪਦਾ ਵਿਭੂਤੀਆਂ ਰਹਿੰਦੀਆਂ ਨੇ, ਜਿਹੜਾ ਆ ਬਚਨਾਂ ਦੀ ਪਾਲਣਾ ਕਰਦਾ। ਬਿਸੰਬਰ ਦਾਸ, ਉਹਦੇ ਘਰ 'ਚ ਕਮੀ ਨਹੀਂ ਰਹਿੰਦੀ ਜਿਹੜਾ ਇਹਨਾਂ ਬਚਨਾਂ ਦੀ ਪਾਲਣਾ ਕਰਦਾ, ਜਿਹੜੇ ਉਪਰੋਕਤ ਦੱਸੇ ਹੈ। ਸਤਿਗੁਰੂ ਜੀ ਧਿਆਨ ਸਿੰਘ ਤੇ ਬਖਸ਼ਿਸ਼ਾਂ ਕਰ ਰਹੇ ਨੇ ਮਾਜਰੀ ਤੇ, ਜਿਹਨੇ ਗੁਰੂ ਸਾਹਿਬ ਦਾ ਬਚਨ ਖਰੀਦਿਆ ਸੀ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਾਹਿਬ ਬਚਨ ਕਰ ਰਹੇ ਨੇ, ਮਤਲਬ ਕੀ ਕਿਆ ਪ੍ਰੀਤ ਚਿਰ ਨਹੀਂ ਠਹਿਰਦੀ, ਦੂਧ ਦੇਤ ਜਾਂ ਧੇਨ ਦੇਵਤਾ ਮਿਹਰ ਦੀ, ਪੂਜਾ ਦੇਵੇ ਦੇਵਤਾ ਪ੍ਰੀਤ ਹੋ ਸ਼ਹਿਰ ਦੀ, ਪੁੱਤਰ ਜਣੇਂਦੀ ਨਾਰ ਘਰ ਭੀਤਰ ਭਾਵੰਦੀ, ਦਾਨ ਦੇ ਜਜਮਾਨ ਦਿਜ ਗਲ ਕਹਿ ਭਾਵੰਦੀ, ਮਾਲਕ ਦੇਵੈ ਖਾਨ ਤਾਂ ਚੱਕਰ ਚਾਂਦਣੀ, ਹੋਏ ਮਖੱਟੂ ਹੋ ਮਖੱਟੂ ਹੋਵੈ ਪੁਰਖ ਨਾਰ ਦਿਲ ਮਾਦਨੀ। ਇਹ ਬਚਨ ਮਹਾਰਾਜ ਜੀ ਉਚਾਰ ਰਹੇ ਨੇ, ਸੋ ਸਾਖੀ ਦੇ ਬਚਨ ਨੇ। ਅਗਲਿਆਂ ਬਚਨਾਂ ਵਿੱਚ, ਅਗਲੀ ਕਥਾ ਵਿੱਚ ਆਪਾਂ ਵਿਚਾਰਾਂਗੇ। ਸਾਹਿਬ ਦਾ ਪਵਿੱਤਰ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਵਾ। ਗਰੀਬ ਨਵਾਜ ਦਇਆਨੰਦ ਸੁਆਮੀ ਜੀ ਤਰਸ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਸਾਹਿਬ ਦੀ ਥਾਂ ਪਾ ਲੈਣ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म हे पूरन हे सर्वमय हे संगी हे निरंकार
हे गोबिंद हे गुण निधान के सदा बवेत हे अपरंपर हर हरे है पियो अणियारे हे संतः कै सदा संग निधारा आधार हे ठाकुर हो दासरो मैं निर्गुण गुण नहीं कोई नानक दीजै नाम दान कोई है परोए आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है जड़े सो तेरे पार शरदा कर सेवंदे गुर पारे उतार निहार वाहिगुरु नाम जहाज है जड़े सो तेरे पार शरदा कर सेवंदे गुर पारे उतार निहार वाहिगुरु जी का खालसा वाहिगुरु जी की फतेह।